ਤਾਂ ਇੱਕ ਵੱਡੀ ਗੱਲ ਦੱਸਣ ਜਾ ਰਿਹਾ ਤੁਹਾਨੂੰ। ਕੈਨੇਡਾ ਤੋਂ ਸਰਕਾਰੀ ਕਾਲਜ ਦੇ ਅਧਿਕਾਰੀ ਹੁਣ ਭਾਰਤ ਆ ਰਹੇ ਨੇ। ਸੈਮੀਨਾਰ ਲਾਉਣਗੇ, 5 ਦਿਨ 'ਚ ਆਫਰ ਲੈਟਰ ਦੇਣਗੇ, ਫੀਸ ਵੀ ਘੱਟ ਹੋਵੇਗੀ। ਅਸੀਂ ਬਰੈਂਪਟਨ ਦੇ ਕਿਸੇ ਕਾਲਜ ਨਾਲ ਕੰਪੇਅਰ ਕਰੀਏ ਜਾਂ ਵੈਨਕੂਵਰ ਦੇ ਕਾਲਜ ਨਾਲ ਕੰਪੇਅਰ ਕਰੀਏ ਤਾਂ ਆਲਮੋਸਟ ਅੱਧੀ ਫੀਸ ਹੈ ਵੀ ਗਵਰਨਮੈਂਟ ਕਾਲਜ ਤੇ ਪੀਆਰ ਵੀ ਇੱਥੇ ਬਹੁਤ ਜ਼ਿਆਦਾ ਸੌਖੀ ਹੈ। ਜਿਹੜੇ ਇਮੀਗ੍ਰੇਸ਼ਨਾਂ ਤੋਂ ਠੱਗੇ ਜਾ ਰਹੇ ਨੇ, ਉੱਥੇ ਜਾ ਕੇ ਡਿਪਰੈਸ਼ਨ 'ਚ ਆ ਜਾਂਦੇ ਨੇ, ਇੱਥੇ ਉਹਨਾਂ ਨੂੰ 5 ਦਿਨ ਦੇ ਵਿੱਚ ਆਫਰ ਲੈਟਰ ਵੀ ਮਿਲ ਜਾਵੇਗੀ ਔਰ ਫੀਸ ਵੀ ਘੱਟ ਹੈ। ਇਮੀਗ੍ਰੇਸ਼ਨ ਵਾਲੇ ਇਸ ਕਾਲਜ ਬਾਰੇ ਨਜ਼ਰਅੰਦਾਜ਼ ਕਰ ਦਿੰਦੇ ਕਿ ਇੱਥੇ ਅਪਲਾਈ ਨਾ ਕਰੋ। ਬਿਲਕੁਲ। ਤੇ ਫਿਰ ਕਾਲਜ ਵਾਲਿਆਂ ਨੇ ਸੋਚਿਆ ਵੀ ਅਸੀਂ ਡਾਇਰੈਕਟ ਜਾਈਏ, ਜਿਹੜੇ ਬੱਚੇ ਨੇ ਜਿਨ੍ਹਾਂ ਨੂੰ ਕੁਐਸਚਨਸ ਨੇ, ਰਾਦਰ ਦੈਨ ਉਹ ਇੱਕ ਥਰਡ ਪਾਰਟੀ ਕੋਲ ਜਾਣ, ਉਹ ਡਾਇਰੈਕਟ ਸਾਡੇ ਕੋਲ ਆਉਣ, ਸਾਨੂੰ ਆ ਕੇ ਸਵਾਲ ਪੁੱਛਣ। ਇਸ ਸਰਕਾਰੀ ਕਾਲਜ ਬਾਰੇ ਕਿਸੇ ਇਮੀਗ੍ਰੇਸ਼ਨ ਨੇ ਨਾ ਤਾਂ ਤੁਹਾਨੂੰ ਦੱਸਣਾ ਹੈ, ਉਲਟਾ ਕਹਿਣਗੇ ਕਿ ਨਹੀਂ ਇੱਥੇ ਨਾ ਕਰੋ, ਇਹ ਤੁਹਾਡੇ ਲਈ ਨੁਕਸਾਨਦਾਇਕ ਹੈ। ਇਹ ਬੱਚਾ ਪਹੁੰਚਦਾ ਬਾਹਰ 'ਚ, ਪੇਰੈਂਟਸ ਦੇ ਫੋਨ ਆਉਣੇ ਪਹਿਲਾਂ ਸ਼ੁਰੂ ਹੋ ਜਾਂਦੇ ਨੇ ਵੀ ਆਪਣੀ ਤਾਂ ਕਿਸ਼ਤ ਆਉਣ ਵਾਲੀ ਆ ਭਾਈ, ਆੜਤੀਏ ਪੈਸੇ ਮੰਗਦੇ ਨੇ, ਕਿਵੇਂ ਕਰੀਏ। ਹੁਣ ਕਈ ਸਾਡੇ ਆਫਿਸ 'ਚ ਉੱਥੇ ਬੱਚੇ ਆਉਂਦੇ ਨੇ, ਬਰੈਂਪਟਨ ਤੇ ਆਟਵਾ ਸਾਡਾ ਆਫਿਸ ਹੈ, ਉਹ ਆ ਕੇ ਇਹੀ ਗੱਲ ਕਹਿੰਦੇ ਨੇ ਜੀ ਕਿ ਮੈਂ ਫੀਸ ਕਿਵੇਂ ਤਾਰਦੇ ਆ, ਮੇਰੇ ਕੋਲ ਤਾਂ ਪਿੱਛੇ ਘਰਦਿਆਂ ਨੂੰ ਭੇਜਣ ਜੋਗੇ ਪੈਸੇ ਹੈ ਨਹੀਂ, ਮੁੜ ਕੇ ਕਾਲਜ ਫੀਸ ਮੰਗੀ ਜਾਂਦਾ। ਫਿਰ ਹੋ ਕੀ ਰਿਹਾ, ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਨੇ। ਪਰਸੈਪਸ਼ਨ ਦੇ ਵਿੱਚ ਬਹੁਤ ਵੱਡਾ ਰੋਲ ਸਾਡੇ ਇਮੀਗ੍ਰੇਸ਼ਨ ਕੰਸਲਟੈਂਟਸ ਨੇ ਵੀ ਅਦਾ ਕੀਤਾ ਜੀ। ਬੱਚਾ, ਪੇਰੈਂਟਸ ਤੁਹਾਡੇ ਨਾਲ ਆ ਰਹੇ ਨੇ, ਅਗਲਾ ਮੂਹਰੇ ਇਹ ਕਹਿ ਦਿੰਦਾ ਬਾਸ ਜੀ ਪਹੁੰਚਣ ਦੀ ਦੇਰ ਹੈ, ਇਹ ਤਾਂ ਤੁਹਾਡੇ ਕਰਜ਼ੇ ਕੁਰਜ਼ੇ ਤਾਂ ਨੇ 2 ਮਹੀਨੇ 'ਚ ਲਾ ਦੇਣੇ ਨੇ, ਇਹ ਤਾਂ 6 ਮਹੀਨੇ 'ਚ ਤੁਸੀਂ ਤਾਂ ਕੋਠੀਆਂ ਛੱਤ ਲੈਣੀਆਂ ਨੇ। ਸੈਮੀਨਾਰਸ ਜੀ 10 ਸਤੰਬਰ ਤੋਂ ਜੰਮੂ ਤੋਂ ਸ਼ੁਰੂ ਨੇ, ਫਿਰ 11 ਨੂੰ ਅੰਮ੍ਰਿਤਸਰ ਹੈ, ਫਿਰ ਹੁਸ਼ਿਆਰਪੁਰ ਹੈ, ਜਲੰਧਰ ਹੈ, ਲੁਧਿਆਣੇ ਹੈਗਾ, ਮੋਗੇ ਹੈ, ਚੰਡੀਗੜ੍ਹ ਹੈ, ਹਰਿਆਣਾ, ਕੁਰੂਕਸ਼ੇਤਰ ਐਂਡ ਯਮੁਨਾ ਨਗਰ ਦੇ ਵਿੱਚ ਹੈਗੇ ਨੇ। ਡਾਇਰੈਕਟ ਕਾਲਜ ਦੇ ਸਟਾਫ ਮੈਂਬਰਸ CNA ਦੇ ਉਹ ਕੈਨੇਡਾ ਤੋਂ ਆ ਰਹੇ ਨੇ। ਨਤਾਸ਼ਾ ਨੂੰ ਆ ਕੇ ਤੁਸੀਂ ਜੋ ਵੀ ਤੁਹਾਡੇ ਮਨ 'ਚ ਸਵਾਲ ਆ, ਪਹਿਲੀ ਗੱਲ ਤਾਂ ਮੈਂ ਇਹ ਕਰਾਂਗਾ ਕਿ ਤੁਸੀਂ ਆ ਕੇ ਪੇਰੈਂਟਸ ਤੇ ਬੱਚੇ ਆਪ ਦੇ ਸਵਾਲ ਪੁੱਛੋ। ਜਿਹੜਾ ਬੱਚਾ 11 ਨੂੰ ਅੰਮ੍ਰਿਤਸਰ ਅਪਲਾਈ ਕਰਦਾ ਹੈ, ਉਹ ਨੈਕਸਟ ਮੰਡੇ ਮੇਰਾ ਖਿਆਲ ਸਾਡਾ ਮੋਗੇ ਹੋਏਗਾ ਸੈਮੀਨਾਰ, ਉਸ ਦਿਨ 16 ਨੂੰ ਆ ਕੇ ਮੋਗੇ ਤੋਂ ਸਾਡੀ ਆਪ ਦੀ ਆਫਰ ਲੈਟਰ ਲੈ ਜਾਵੇ, ਜਾਂ 17 ਨੂੰ ਚੰਡੀਗੜ੍ਹ ਹੋਏਗਾ, 17 ਨੂੰ ਚੰਡੀਗੜ੍ਹ ਆ ਕੇ ਆਪ ਦੀ ਆਫਰ ਲੈਟਰ ਨੇ ਜਿਹੜੀਆਂ ਉਹ ਲੈ ਜਾਵੇ। ਜਿਹੜੇ ਬੱਚੇ ਬਰੈਂਪਟਨ ਜਾਂਦੇ ਨੇ, ਹੋਰ ਵੱਡੇ ਸ਼ਹਿਰਾਂ 'ਚ ਜਾਂਦੇ ਨੇ, ਪ੍ਰੋਗਰਾਮ ਕੰਪਲੀਟ ਕਰਕੇ ਫਿਰ ਉਹਨਾਂ ਦੇ ਪੁਆਇੰਟਸ ਨਹੀਂ ਬਣ ਰਹੇ, ਉਹਨਾਂ ਨੂੰ PNPs ਨਹੀਂ ਮਿਲ ਰਹੀਆਂ, ਉਹ ਫਿਰ ਉਦੋਂ ਬਾਅਦ ਖੱਜਲ ਹੋ ਰਹੇ ਨੇ। ਕੋਈ ਨਿਊਫਾਊਂਡਲੈਂਡ ਹੀ ਬਹੁਤ ਬੱਚੇ ਜਾ ਰਹੇ ਨੇ PR ਲੈਣ, ਕੋਈ PI ਜਾ ਰਿਹਾ, ਕੋਈ ਨੋਵਾ ਸਕੋਸ਼ੀਆ ਜਾ ਰਿਹਾ। ਅਸੀਂ ਇਹ ਕਹਿੰਦੇ ਆ ਵੀ ਇਹਨਾਂ ਚੱਕਰਾਂ 'ਚ ਪੈਣ ਦੀ ਲੋੜ ਕੀ ਆ। ਤੁਹਾਡੇ ਕੋਲ ਪਹਿਲੇ ਦਿਨ ਗਵਰਨਮੈਂਟ ਕਾਲਜ ਆ ਰਿਹਾ, ਜਿਸ ਦੀ ਫੀਸ ਅੱਧੀ ਹੈ, ਤੁਹਾਡਾ ਖਰਚਾ ਅੱਧਾ ਹੋ ਗਿਆ, ਪ੍ਰੋਪਰ ਕਾਲਜ ਆ। ਮਤਲਬ ਤੁਹਾਡਾ ਕਹਿਣ ਦਾ ਮਤਲਬ ਹੈ ਫਰਾਡ ਪੰਜਾਬੀਆਂ ਦੀ ਗਲਤੀ ਕਰਕੇ ਹੀ ਹੋ ਰਹੇ ਨੇ। ਇਹ ਜਾ ਕੇ ਇਮੀਗ੍ਰੇਸ਼ਨਾਂ ਦੇ ਟੇਬਲਾਂ ਤੇ ਆਪਣੇ ਕਾਗਜ਼ ਰੱਖ ਦਿੰਦੇ ਨੇ, ਅੱਖਾਂ ਬੰਦ ਕਰਕੇ ਬਾਹਰ ਨੂੰ ਆ ਜਾਂਦੇ ਆ, ਪੈਸੇ ਦੇ ਕੇ ਬਾਹਰ ਨੂੰ ਆ ਜਾਂਦੇ ਨੇ, ਮੁੜ ਕੇ ਉਹਨਾਂ ਨਾਲ ਜੋ ਕੁਝ ਹੋ ਗਿਆ। ਰਿਵਰਸ ਮਾਈਗ੍ਰੇਸ਼ਨ ਦਾ ਕੀ ਹੁਣ ਮੈਟਰ ਉੱਠ ਰਿਹਾ, ਬੱਚੇ ਵਤਨਾਂ ਨੂੰ ਵਾਪਸੀ ਕਰ ਰਹੇ, ਅਸਲ ਦੇ ਵਿੱਚ ਕੀ ਹੈਗੀ? ਅਸਲ ਦੇ ਵਿੱਚ ਜੀ ਇਦਾਂ ਦਾ ਕੁਝ ਨਹੀਂ ਹੈ, ਹਰੇਕ ਬੰਦਾ ਜ਼ੋਰ ਲਾ ਰਿਹਾ, ਐਂਡ ਤੱਕ ਜ਼ੋਰ ਲਾਉਂਦਾ। ਹੁਣ ਮੈਂ ਪਰਸਨਲੀ ਦੱਸ ਦਿੰਦਾ, ਨਾ ਨਹੀਂ ਲਵਾਂਗਾ, ਕਿ 2 ਕੇਸਿਸ ਜਿਹੜੇ ਮੈਨੂੰ ਫਸਟ ਹੈਂਡ ਨੌਲੇਜ ਹੈ। ਉਹ ਹੁਣ ਇੱਕ ਮੁੰਡਾ ਹੈ, ਉਹ ਇੱਥੇ ਆ ਕੇ ਰੌਲਾ ਪਾ ਰਿਹਾ ਕਿ ਜੀ ਕੈਨੇਡਾ ਨਹੀਂ ਜਾਣਾ ਚਾਹੀਦਾ, ਮੈਂ ਤਾਂ ਛੱਡ ਕੇ ਵਾਪਸ ਆ ਗਿਆ, ਪਰ ਉਹਦੇ ਅਗੇਂਸਟ ਮਿਸਰੈਪ ਆਫ ਫੈਕਟਸ ਦਾ ਕੇਸ ਸੀਗਾ, 5 ਸਾਲ ਲਈ ਉਹ ਬੈਨ ਸੀਗਾ, ਉਹਨੂੰ ਮਜਬੂਰੀ 'ਚ ਆਉਣਾ ਪਿਆ, ਬਟ ਐਂਡ ਤੱਕ ਉਹਨੇ ਹੱਥ ਪੱਲਾ ਮਾਰਿਆ। ਕੈਨੇਡਾ ਜਾਣ ਦੀ ਚਾਹ ਪੰਜਾਬ ਦੇ ਵਿੱਚ ਵਿਦਿਆਰਥੀਆਂ 'ਚ ਦਿਨੋਂ ਦਿਨ ਵੱਧ ਰਹੀ ਹੈ ਔਰ ਇਮੀਗ੍ਰੇਸ਼ਨ ਵਾਲੇ ਵੀ ਆਪਣਾ ਲੁੱਟ ਦੇ ਅੱਡੇ ਲਗਾਤਾਰ ਵਧਾ ਰਹੇ ਨੇ ਔਰ ਬੱਚਿਆਂ ਨੂੰ ਲੁੱਟ ਰਹੇ ਨੇ, ਮਾਪਿਆਂ ਨੂੰ ਲੁੱਟ ਰਹੇ ਨੇ। ਪਤਾ ਕੁਝ ਨਹੀਂ ਲੱਗ ਰਿਹਾ ਜਾਣਾ ਕਿੱਥੇ ਹੈ, ਉੱਥੇ ਜਾ ਕੇ ਕੰਮ ਕੀ ਕਰਨਾ ਹੈ, ਕਾਲਜ ਦੀਆਂ ਫੀਸਾਂ ਕੀ ਨੇ। ਤਾਂ ਇੱਕ ਵੱਡੀ ਗੱਲ ਦੱਸਣ ਜਾ ਰਿਹਾ ਤੁਹਾਨੂੰ। ਕੈਨੇਡਾ ਤੋਂ ਸਰਕਾਰੀ ਕਾਲਜ ਦੇ ਅਧਿਕਾਰੀ ਹੁਣ ਭਾਰਤ ਆ ਰਹੇ ਨੇ। ਸੈਮੀਨਾਰ ਲਾਉਣਗੇ, 5 ਦਿਨ 'ਚ ਆਫਰ ਲੈਟਰ ਦੇਣਗੇ, ਫੀਸ ਵੀ ਘੱਟ ਹੋਵੇਗੀ। ਇਹ ਅਸਲ 'ਚ ਮਾਮਲਾ ਕੀ ਹੈ, ਹੁਣ ਕੈਨੇਡਾ ਦੇ ਅਧਿਕਾਰੀ ਕਿਉਂ ਇੱਥੇ ਆ ਰਹੇ ਨੇ, ਇਸ ਦੇ ਬਾਰੇ ਚਰਚਾ ਕਰਾਂਗੇ। ਸਾਡੇ ਨਾਲ ਇਮੀਗ੍ਰੇਸ਼ਨ ਕੰਸਲਟੈਂਟ ਪਰਵਿੰਦਰ ਬਰਨ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਔਰ तमाम ਸਵਾਲਾਂ ਤੇ ਜਵਾਬ ਲਵਾਂਗੇ ਕਿ ਕੈਨੇਡਾ ਦੇ ਅਧਿਕਾਰੀ ਭਾਰਤ ਕਿਉਂ ਆ ਰਹੇ ਨੇ ਔਰ ਇਹ ਬੱਚਿਆਂ ਦੇ ਲਈ ਬਹੁਤ ਵੱਡਾ ਸੈਮੀਨਾਰ ਹੈ। ਜਿਹੜੇ ਇਮੀਗ੍ਰੇਸ਼ਨਾਂ ਤੋਂ ਠੱਗੇ ਜਾ ਰਹੇ ਨੇ, ਉੱਥੇ ਜਾ ਕੇ ਡਿਪਰੈਸ਼ਨ 'ਚ ਆ ਜਾਂਦੇ ਨੇ, ਇੱਥੇ ਉਹਨਾਂ ਨੂੰ 5 ਦਿਨ ਦੇ ਵਿੱਚ ਆਫਰ ਲੈਟਰ ਵੀ ਮਿਲ ਜਾਵੇਗੀ ਔਰ ਫੀਸ ਵੀ ਘੱਟ ਹੈ। ਔਰ ਸਰਕਾਰੀ ਕਾਲਜ ਨੇ ਬੱਚੇ ਕਮਾਈਆਂ ਕਰਕੇ ਕੈਨੇਡਾ ਦੇ ਵਿੱਚ ਹੁਣ ਆਪਣਾ ਚੰਗਾ ਭਵਿੱਖ ਬਣਾ ਸਕਦੇ ਨੇ। ਹੁਣ ਅਗਰ ਗੱਲ ਕੀਤੀ ਜਾਵੇ ਤਾਂ ਬੱਚੇ ਇਹਨਾਂ ਇਮੀਗ੍ਰੇਸ਼ਨਾਂ ਦੇ ਫਰਾਡ ਦੇ ਵਿੱਚ ਨਾ ਆਉਣ।
ਤਾਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪ੍ਰਵਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ। ਥੈਂਕ ਯੂ ਜੀ, ਥੈਂਕ ਯੂ। ਖਬਰਾਂ ਚੱਲੀਆਂ ਨੇ ਹੁਣ ਕੈਨੇਡਾ ਦੇ CNA ਦੇ ਅਧਿਕਾਰੀ ਭਾਰਤ ਆ ਰਹੇ ਨੇ, ਸੈਮੀਨਾਰ ਲਾਉਣ ਜਾ ਰਹੇ ਨੇ। ਕੀ ਦਰਅਸਲ ਮਾਮਲਾ ਹੈ, ਕਿਉਂ ਆਉਣਾ ਪੈ ਰਿਹਾ ਉਹਨਾਂ ਨੂੰ ਭਾਰਤ ਦੇ ਵਿੱਚ? ਇਮੀਗ੍ਰੇਸ਼ਨਾਂ ਦੇ ਫਰਾਡ ਕਿੰਨੇ ਕੁ ਵੱਧ ਗਏ ਨੇ? ਕਾਲਜ ਆਫ ਦ ਨਾਰਥ ਐਟਲਾਂਟਿਕ ਜਿਹੜਾ CNA ਆ ਜੀ, ਇਹ ਕੈਨੇਡਾ ਦਾ ਗਵਰਨਮੈਂਟ ਕਾਲਜ ਹੈ। ਨਿਊਫਾਊਂਡਲੈਂਡ ਐਂਡ ਲੈਬਰਾਡੋਰ ਸਾਡੀ ਪ੍ਰੋਵਿੰਸ ਹੈਗੀ ਆ, ਸਟੇਟ ਆ, ਉੱਥੋਂ ਦਾ ਕਾਲਜ ਹੈ। ਇਹਨਾਂ ਨੇ ਪਿਛਲੇ ਇਸੇ ਸਾਲ April-May ਦੇ ਵਿੱਚ ਸੈਮੀਨਾਰ ਐਡਮਿਸ਼ਨ ਫੇਅਰਸ ਹੋਏ ਸੀਗੇ। ਉਦੋਂ ਆ ਕੇ ਸਾਨੂੰ ਪਤਾ ਲੱਗਿਆ ਕਿ ਇੱਥੇ CNA ਦੇ ਨਾਂ ਤੇ ਬੱਚਿਆਂ ਨੂੰ ਬਹੁਤ ਗਲਤ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ। ਇਸ ਦੀ ਜਿਹੜੀ ਫੀਸ ਹੈ ਉਹ ਹਾਲਾਂਕਿ ਕੈਨੇਡਾ ਦੇ ਵਿੱਚ ਬਹੁਤ ਘੱਟ ਹੈ। ਜੇ ਅਸੀਂ ਬਰੈਂਪਟਨ ਦੇ ਕਿਸੇ ਕਾਲਜ ਨਾਲ ਕੰਪੇਅਰ ਕਰੀਏ ਜਾਂ ਵੈਨਕੂਵਰ ਦੇ ਕਾਲਜ ਨਾਲ ਕੰਪੇਅਰ ਕਰੀਏ ਤਾਂ ਆਲਮੋਸਟ ਅੱਧੀ ਫੀਸ ਹੈ ਵੀ ਗਵਰਨਮੈਂਟ ਕਾਲਜ, ਤੇ PR ਵੀ ਇੱਥੇ ਬਹੁਤ ਜ਼ਿਆਦਾ ਸੌਖੀ ਹੈ। ਇਸ ਦੇ ਬਾਵਜੂਦ ਇਸ ਨੂੰ ਲੋਕਾਂ ਨੂੰ ਡਿਸਵੇਡ ਕੀਤਾ ਜਾ ਰਿਹਾ ਸੀ ਵੀ ਤੁਸੀਂ CNA ਅਪਲਾਈ ਨਾ ਕਰੋ, ਇੱਥੇ ਤੁਹਾਡੇ ਵੀਜ਼ਾ ਨਹੀਂ ਆਉਣੇ, ਇਹਨਾਂ ਦੀ ਜੀ ਫੀਸ ਬਹੁਤ ਜ਼ਿਆਦਾ ਹੈ, ਇੱਥੇ ਠੰਡ ਬਹੁਤ ਪੈ ਰਹੀ ਹੈ। ਯਾਨੀ ਕਿ ਇਮੀਗ੍ਰੇਸ਼ਨ ਵਾਲੇ ਇਸ ਕਾਲਜ ਬਾਰੇ ਨਜ਼ਰਅੰਦਾਜ਼ ਕਰ ਦਿੰਦੇ ਕਿ ਇੱਥੇ ਅਪਲਾਈ ਨਾ ਕਰੋ। ਬਿਲਕੁਲ। ਤੇ ਫਿਰ ਕਾਲਜ ਵਾਲਿਆਂ ਨੇ ਸੋਚਿਆ ਵੀ ਅਸੀਂ ਡਾਇਰੈਕਟ ਜਾਈਏ, ਜਿਹੜੇ ਬੱਚੇ ਨੇ ਜਿਨ੍ਹਾਂ ਨੂੰ ਕੁਐਸਚਨਸ ਨੇ, ਰਾਦਰ ਦੈਨ ਉਹ ਇੱਕ ਥਰਡ ਪਾਰਟੀ ਕੋਲ ਜਾਣ, ਉਹ ਡਾਇਰੈਕਟ ਸਾਡੇ ਕੋਲ ਆਉਣ, ਸਾਨੂੰ ਆ ਕੇ ਸਵਾਲ ਪੁੱਛਣ, ਅਸੀਂ ਉਹਨਾਂ ਦੇ ਜਵਾਬ ਦਈਏ। ਹੁਣ ਅੱਜ ਗੱਲ ਕੀ ਹੋ ਰਹੀ ਆ ਕਿ ਇੱਕ ਕੰਸਲਟੈਂਟ ਜਿਹੜਾ ਸਪੈਸ਼ਲੀ ਇੰਡੀਆ ਬੈਠਾ, ਦੇਖੋ ਬਹੁਤੇ ਤਾਂ ਜਿਹੜੀ ਸਾਡੀ ਰੈਗੂਲੇਟਰੀ ਬਾਡੀ ਹੈਗੀ ਆ CICC, ਉਹਦੇ ਮੈਂਬਰ ਨਹੀਂ ਹੈਗੇ। ਸੋ ਉਹਨਾਂ ਤੇ ਉਹ ਸਾਰੀਆਂ ਰੈਗੂਲੇਸ਼ਨਸ ਅਪਲਾਈ ਨਹੀਂ ਹੁੰਦੀਆਂ ਜਿਹੜੀਆਂ ਸਾਡੇ ਤੇ ਹੋ ਰਹੀਆਂ ਨੇ, ਕੈਨੇਡਾ ਜਿਹੜੇ RCIC ਹੈਗੇ ਨੇ। ਉਸ ਕਰਕੇ ਕਿਤੇ ਨਾ ਕਿਤੇ ਉਹ ਥੋੜਾ ਜਿਹਾ ਝੂਠ ਕਰ ਜਾਂਦੇ ਨੇ ਕਿ ਪ੍ਰਾਈਵੇਟ ਕਾਲਜਸ ਨੂੰ ਪ੍ਰਮੋਟ ਕਰਦੇ ਨੇ ਕਿਉਂਕਿ ਉੱਥੋਂ ਕਮਿਸ਼ਨ ਜ਼ਿਆਦਾ ਆ ਰਿਹਾ, ਜਾਂ ਜਿਹੜੀ ਇੱਕ ਬਹੁਤ ਵੱਡੀ ਸਾਡੇ ਉੱਥੇ ਪ੍ਰੋਬਲਮ ਵੱਧਦੀ ਜਾ ਰਹੀ ਹੈ ਸੈਟੇਲਾਈਟ ਕੈਂਪਸਸ ਦੀ, ਉਹਨਾਂ ਨੂੰ ਜ਼ਿਆਦਾ ਪ੍ਰਮੋਸ਼ਨਸ ਦਿੱਤੀਆਂ ਜਾ ਰਹੀਆਂ ਨੇ ਰਾਦਰ ਦੈਨ ਇੱਕ ਪ੍ਰੋਪਰ ਕਾਲਜ ਨੂੰ ਜਿਹਦੀ ਫੀਸ ਵੀ ਘੱਟ ਹੋਵੇ, PR ਸੌਖੀ ਹੋਵੇ, ਫਾਈਨੈਂਸ਼ੀਅਲ ਬਰਡਨ ਵੀ ਘਟੇ ਪੇਰੈਂਟਸ ਤੇ। ਕਿੱਥੇ ਤਾਂ ਤੁਸੀਂ 38 ਤੋਂ 40 ਹਜ਼ਾਰ ਡਾਲਰ ਤੁਸੀਂ ਟਿਊਸ਼ਨ ਫੀਸ ਭਰ ਰਹੇ ਹੋ, ਕਿੱਥੇ 19 ਤੋਂ 21 ਜਾਂ 22 ਹਜ਼ਾਰ ਦੇ ਵਿੱਚ ਤੁਹਾਡਾ 2 ਸਾਲ ਦਾ ਪ੍ਰੋਗਰਾਮ ਹੈ ਜਿਹੜਾ ਉਹਦੀ ਟੋਟਲ ਕਾਸਟ ਆ ਰਹੀ ਹੈ। ਇਸ ਸਰਕਾਰੀ ਕਾਲਜ ਬਾਰੇ ਕਿਸੇ ਇਮੀਗ੍ਰੇਸ਼ਨ ਨੇ ਨਾ ਤਾਂ ਤੁਹਾਨੂੰ ਦੱਸਣਾ ਹੈ, ਉਲਟਾ ਕਹਿਣਗੇ ਕਿ ਨਹੀਂ ਇੱਥੇ ਨਾ ਕਰੋ, ਇਹ ਤੁਹਾਡੇ ਲਈ ਨੁਕਸਾਨਦਾਇਕ ਹੈ। ਤਾਂ ਇਹ ਸੈਮੀਨਾਰ ਬਹੁਤ ਜ਼ਰੂਰੀ ਹੈ। ਹੋਰ ਚਰਚਾ ਕਰਦੇ ਹਾਂ। ਅਸਰ ਗੱਲ ਕੀਤੀ ਜਾਵੇ ਤਾਂ ਬਰੈਂਪਟਨ ਓਨਟਾਰੀਓ ਵਾਲੇ ਪਾਸੇ ਕਿਉਂ ਭੱਜਦੇ ਆ? ਫਿਰ ਉਹਨਾਂ ਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੁੰਦਾ? ਦੇਖੋ ਇਹਦੇ ਕਾਫੀ ਰੀਜ਼ਨਸ ਨੇ। ਪਹਿਲਾ ਤਾਂ ਇਹ ਆ ਕਿ ਮਾਪਿਆਂ ਨੂੰ ਇਹ ਲੱਗਦਾ ਕਿ ਸਾਡੇ ਰਿਸ਼ਤੇਦਾਰ ਜਾਂ ਕੋਈ ਜਾਣ ਪਛਾਣ ਵਾਲਾ ਬਰੈਂਪਟਨ ਹੈਗਾ। ਪਰ ਮੈਂ ਇੱਕ ਗੱਲ ਸਾਰਿਆਂ ਨੂੰ ਕਹਿਣਾ, ਐਗਜ਼ਾਮਪਲ ਆਪਾਂ ਇੰਡੀਆ ਦੀ ਦਿੰਨੇ ਆ, ਤੁਹਾਡੇ ਬੱਚੇ ਦੀ ਲੈਟਸ ਸੇ ਆਪਾਂ ਮੋਹਾਲੀ ਬੈਠੇ ਆ, ਇੱਥੇ ਲੋਕਲ ਕਾਲਜ ਦੇ ਵਿੱਚ MBA 'ਚ ਐਡਮਿਸ਼ਨ ਹੋ ਜਾਵੇ, ਜਾਂ ਤੁਹਾਡੇ ਬੱਚੇ ਦੀ IIM ਜਿਹੜਾ ਅਹਿਮਦਾਬਾਦ ਆ ਉੱਥੇ ਐਡਮਿਸ਼ਨ ਹੋ ਜਾਵੇ, ਆਪਾਂ ਬੱਚੇ ਨੂੰ ਕਿੱਥੇ ਭੇਜਾਂਗੇ? ਮੇਰਾ ਖਿਆਲ ਆ ਜਿਹੜੇ ਸੁਣ ਰਹੇ ਨੇ ਉਹ ਸਾਰੇ IIM ਨੂੰ ਚੂਜ਼ ਕਰਨਗੇ। ਬਿਲਕੁਲ। ਬਟ ਉਦੋਂ ਤਾਂ ਫਿਰ ਇਹ ਰੈਸ਼ਨਲ ਨਹੀਂ ਦਿੱਤਾ ਜਾਂਦਾ ਨਾ ਵੀ ਸਾਨੂੰ ਉੱਥੇ ਤਾਂ ਕੋਈ ਜਾਣਦਾ ਨਹੀਂ, ਅਸੀਂ ਉੱਥੇ ਕਿਵੇਂ ਭੇਜਾਂਗੇ ਬੱਚਾ? ਉੱਥੇ ਤਾਂ ਅਸੀਂ ਬੱਚੇ ਦੇ ਸਹੀ ਫਿਊਚਰ ਲਈ ਭੇਜ ਰਹੇ ਹਾਂ। ਬਟ ਜਦੋਂ ਗੱਲ ਕੈਨੇਡਾ ਦੀ ਆ ਜਾਂਦੀ ਆ, ਫਿਰ ਅਸੀਂ ਜਾਣ ਪਛਾਣ ਵਾਲਾ ਕੋਈ ਨਹੀਂ, ਬੱਚੇ ਨੂੰ ਸਾਡੇ ਰਿਲੇਟਿਵ ਕੋਈ ਨਹੀਂ, ਰਿਲੇਟਿਵ ਨੇ ਤੁਹਾਡੇ ਬੱਚੇ ਨੂੰ ਸੈਟਲ ਨਹੀਂ ਕਰਨਾ। ਰਿਲੇਟਿਵ ਵੱਧ ਤੋਂ ਵੱਧ ਇੱਕ ਸਮੈਸਟਰ ਦੀ ਫੀਸ ਤੁਹਾਡੇ ਬਿਹਾਫ ਤੇ ਭਰ ਦੇਣਗੇ, ਬਟ ਉਹ ਐਕਸਪੈਕਟ ਕਰਦੇ ਨੇ ਕਿ ਕੱਲ ਨੂੰ ਸਾਡੀ ਫੀਸ ਵਾਪਸ ਕਰੋ। ਫੀਸ ਤੁਸੀਂ ਹੀ ਦੇਣੀ ਆ, ਤੁਹਾਡਾ ਬੱਚਾ ਉੱਥੋਂ ਕਮਾ ਕੇ ਦੇਵੇ ਜਾਂ ਤੁਹਾਡੀ ਸੇਵਿੰਗਸ ਦੇ ਵਿੱਚ, ਜਾਂ ਤੁਸੀਂ ਕਰਜ਼ਾ ਚੱਕ ਕੇ ਉਹ ਫੀਸ ਉਤਾਰੋ, ਉਹ ਤੁਸੀਂ ਫੈਮਿਲੀ ਨੇ ਉਤਾਰਨੀ ਹੈ, ਉਹ ਕਿਸੇ ਥਰਡ ਪਾਰਟੀ ਨੇ ਨਹੀਂ ਉਤਾਰਨੀ। ਹੁਣ ਮੇਰਾ ਸਵਾਲ ਹੈ, CNA ਦੀ ਕਾਲਜਾਂ ਦੀ ਫੀਸ ਕਿੰਨੀ ਹੈ? ਬਰੈਂਪਟਨ ਓਨਟਾਰੀਓ ਜਿਹੜੇ ਸੈਟੇਲਾਈਟ ਕੈਂਪਸ ਤੁਸੀਂ ਕਹਿ ਰਹੇ ਹੋ, ਕਿੰਨਾ ਫਰਕ ਹੈ ਇਹਨਾਂ ਵਿਚਕਾਰ? ਜੇ ਅਸੀਂ ਬਰੈਂਪਟਨ ਦੇ ਈਵਨ ਜਿਹੜੇ ਵੱਡੇ ਕਾਲਜਸ ਵੀ ਨੇ, ਜੇ ਉਹਨਾਂ ਦੀ ਵੀ ਗੱਲ ਕਰੀਏ, ਉਹਨਾਂ ਦੀ ਐਵਰੇਜ ਫੀਸ ਜਿਹੜੀ ਅੱਜ ਕੱਲ ਪ੍ਰੋਗਰਾਮ ਦੇ ਹਿਸਾਬ ਨਾਲ ਹੈ, ਉਹ ਐਨੀਵੇਅਰ ਫਰੋਮ 35 ਤੋਂ ਲੈ ਕੇ 40 ਹਜ਼ਾਰ ਡਾਲਰ ਤੱਕ ਹੈ 2 ਸਾਲ ਦੀ ਪੂਰੇ ਪ੍ਰੋਗਰਾਮ ਦੀ। ਜੇ ਅਸੀਂ CNA ਦੀ ਗੱਲ ਕਰੀਏ, ਇਹਨਾਂ ਦੀ 19 ਤੋਂ ਲੈ ਕੇ 22 ਹਜ਼ਾਰ ਦੇ ਵਿੱਚ 2 ਸਾਲ ਦੀ। ਸੋ ਅੱਧੋ ਅੱਧੀ ਦਾ, ਸਿੱਧਾ 20 ਹਜ਼ਾਰ ਡਾਲਰ ਦਾ ਫਰਕ, ਅੱਧੋ ਅੱਧੀ ਦਾ ਫਰਕ ਆ ਜੀ। ਬੱਚਾ ਬਰੈਂਪਟਨ ਵਾਲੇ ਕਿਸੇ ਕਾਲਜ ਜਾਂਦਾ, ਪਹਿਲੇ ਸਾਲ 17,000 ਤੋਂ ਲੈ ਕੇ 20,000 ਡਾਲਰ ਫੀਸ ਭਰਦਾ ਪਹਿਲਾਂ, ਫਿਰ 10,000 ਡਾਲਰ ਦੀ GIC ਲੈਂਦਾ। ਬੱਚਾ CNA ਜਾ ਰਿਹਾ, 9,000 ਸਮਥਿੰਗ ਤੋਂ ਲੈ ਕੇ 10,000 ਡਾਲਰ ਫੀਸ ਭਰ ਰਿਹਾ, ਨਾਲ GIC ਲੈ ਰਿਹਾ। ਔਰ ਬਾਕੀ ਕਾਲਜਾਂ ਦੇ ਵਿੱਚ ਪਹੁੰਚਿਆ ਬੱਚਾ, ਫਿਰ ਅਗਲੀ ਸਮੈਸਟਰ ਦੀ ਫੀਸ ਦਾ ਪ੍ਰੈਸ਼ਰ, ਹਨਾ? ਕਿਉਂਕਿ ਨਾ ਇਹ ਕਨਸੈਪਟ ਸਮਝਣਾ ਪੈਣਾ। ਲੈਟਸ ਸੇ ਹੁਣ ਬੱਚਾ ਜਨਵਰੀ 'ਚ ਜਾ ਰਿਹਾ ਤੁਹਾਡਾ, ਹੁਣ ਪੇਰੈਂਟਸ ਨੂੰ ਇਹ ਹੁੰਦਾ ਕਿ 2 ਸਾਲ ਦਾ ਪ੍ਰੋਗਰਾਮ ਹੈ, ਬੱਚੇ ਨੇ 2 ਸਾਲ 'ਚ ਫੀਸ ਦੇਣੀ ਹੈ। ਦੇਖੋ 2 ਸਾਲ ਨਹੀਂ ਹੁੰਦੇ ਕੈਨੇਡਾ 'ਚ, ਜਿਹੜਾ ਸਮੈਸਟਰ ਹੈ ਉਹ 4 ਮਹੀਨੇ ਦਾ ਹੁੰਦਾ, 4 ਮੰਥਸ ਦਾ ਸਮੈਸਟਰ ਹੈ। ਸੋ 2 ਸਾਲ ਦਾ ਪ੍ਰੋਗਰਾਮ ਆਟੋਮੈਟਿਕਲੀ 16 ਮੰਥਸ ਦਾ ਹੋ ਗਿਆ, 16 ਮਹੀਨੇ ਦਾ ਹੋ ਗਿਆ। ਹੁਣ ਬੱਚਾ ਤੁਹਾਡਾ ਜਨਵਰੀ 'ਚ ਗਿਆ, ਇੱਥੋਂ 2 ਸਮੈਸਟਰਸ ਦੀ ਫੀਸ ਭਰ ਕੇ ਗਿਆ, ਆਪਦੇ ਜਨਵਰੀ ਬੈਚ ਦੀ ਤੇ ਮਈ ਬੈਚ ਦੀ। ਉਸ ਤੋਂ ਬਾਅਦ ਉਸਦਾ ਅਗਲਾ ਜਿਹੜਾ ਸਮੈਸਟਰ ਹੈ ਉਹ ਸਪਟੈਂਬਰ 'ਚ ਸਟਾਰਟ ਹੋਣਾ, ਜਿਸ ਦੀ ਫੀਸ ਦੀ ਡੈਡਲਾਈਨ ਜੁਲਾਈ ਹੈ।
ਜਨਵਰੀ 'ਚ ਬੱਚਾ ਪਹੁੰਚਿਆ, ਜਨਵਰੀ ਫਰਵਰੀ ਵੈਸੀ ਠੰਡ ਹੁੰਦੀ ਆ, ਕੰਮ ਸਲੋ ਹੁੰਦੇ ਨੇ, ਉਹਨਾਂ ਨੂੰ ਕੰਮ ਨਹੀਂ ਮਿਲਦਾ। ਉਸ ਤੋਂ ਬਾਅਦ ਬਟ ਉਹਦੇ ਤੇ ਤਲਵਾਰ ਲਟਕ ਜਾਂਦੀ ਹੈ ਕਿ ਮੈਂ ਆਪ ਦਾ ਜਿਹੜਾ 8 ਤੋਂ 10,000 ਡਾਲਰ ਮੇਰੀ ਇੱਕ ਸਮੈਸਟਰ ਦੀ ਫੀਸ ਹੈ ਕਿਸੇ ਹੋਰ ਕਾਲਜ ਦੀ, ਉਹ ਮੈਂ ਆਪਦੀ ਜੂਨ ਜਾਂ ਜੁਲਾਈ ਦੇ ਵਿੱਚ ਉਹਦੀ ਡੈਡਲਾਈਨ ਹੈ। ਉਸ ਤੋਂ ਬਾਅਦ ਜਿਹੜਾ ਲਾਸਟ ਸਮੈਸਟਰ ਆ ਉਹਦਾ 4th, ਉਹ ਅਗਲੇ ਸਾਲ ਜਨਵਰੀ 'ਚ ਫੇਰ ਚੱਲ ਗਿਆ, ਉਸ ਦੀ ਡੈਡਲਾਈਨ ਫੇਰ ਨਵੰਬਰ ਆ ਗਈ। ਬੱਚਾ ਤੁਹਾਡਾ ਜਨਵਰੀ 'ਚ ਪਹੁੰਚਿਆ, ਨਵੰਬਰ ਤੱਕ 11 ਮਹੀਨਿਆਂ ਦੇ ਵਿੱਚ ਤੁਸੀਂ ਪੂਰੀ 2 ਸਾਲ ਦੀ ਉਹ 38,000 40,000 ਡਾਲਰ ਜਿਹੜੀ ਫੀਸ ਹੈ ਉਹ ਤੁਸੀਂ ਪੇ ਕਰਨੀ ਆ। ਤੁਹਾਡੇ ਕੋਲ ਉਹਨੇ ਰਿਸੋਰਸਸ ਹੋਣੇ ਚਾਹੀਦੇ ਨੇ। ਤੇ ਮੈਂ ਇਹ ਦੱਸ ਦਿਆਂ ਕਿ ਕੈਨੇਡਾ ਪਹੁੰਚਣਾ ਹੀ ਸਟੈਪ ਨਹੀਂ ਹੈ। ਹੁਣ ਇੱਥੇ ਜਿਹੜੀਆਂ ਮੇਰੀਆਂ ਕਨਵਰਸੇਸ਼ਨਸ ਹੋ ਰਹੀਆਂ ਨੇ ਆਮ ਲੋਕਾਂ ਨਾਲ, ਕਿਤੇ ਨਾ ਕਿਤੇ ਉਹਨਾਂ ਦੇ ਮਾਈਂਡ 'ਚ ਇਹ ਇਮੇਜ ਹੈ ਵੀ ਉੱਥੇ ਜਾ ਕੇ ਤਾਂ 100 ਡਾਲਰ ਦਰਖਤਾਂ ਨੂੰ ਲੱਗਿਆ, ਸਵੇਰੇ ਬੱਚਾ ਉੱਠੂਗਾ, ਉਹਨੂੰ ਹਿਲਾਊਗਾ, 500-700 ਗਿਰ ਜੂਗਾ, ਸਾਨੂੰ ਭੇਜ ਦੂਗਾ, ਕੁਛ ਆਪ ਖਰਚ ਲੂਗਾ। ਦੇਖੋ ਰਿਐਲਿਟੀ ਬਹੁਤ ਡਿਫਰੈਂਟ ਹੈ। ਬੱਚੇ ਉੱਥੇ ਜਾ ਕੇ ਇਸੇ ਕਰਕੇ ਔਖੇ ਹੋ ਰਹੇ ਨੇ। ਬੱਚਾ ਪਹੁੰਚਦਾ ਬਾਹਰ 'ਚ ਹੈ, ਪੇਰੈਂਟਸ ਦੇ ਫੋਨ ਆਉਣੇ ਪਹਿਲਾਂ ਸ਼ੁਰੂ ਹੋ ਜਾਂਦੇ ਨੇ ਵੀ ਆਪਣੀ ਤਾਂ ਕਿਸ਼ਤ ਆਉਣ ਵਾਲੀ ਆ ਭਾਈ, ਆੜਤੀਏ ਪੈਸੇ ਮੰਗਦੇ ਨੇ, ਕਿਵੇਂ ਕਰੀਏ। ਹੁਣ ਕਈ ਸਾਡੇ ਆਫਿਸ 'ਚ ਉੱਥੇ ਬੱਚੇ ਆਉਂਦੇ ਨੇ, ਬਰੈਂਪਟਨ ਤੇ ਆਟਵਾ ਸਾਡਾ ਆਫਿਸ ਹੈ, ਉਹ ਆ ਕੇ ਇਹੀ ਗੱਲ ਕਹਿੰਦੇ ਨੇ ਜੀ ਕਿ ਮੈਂ ਫੀਸ ਕਿਵੇਂ ਤਾਰਦੇ ਆ, ਮੇਰੇ ਕੋਲ ਤਾਂ ਪਿੱਛੇ ਘਰਦਿਆਂ ਨੂੰ ਭੇਜਣ ਜੋਗੇ ਪੈਸੇ ਹੈ ਨਹੀਂ, ਮੁੜ ਕੇ ਕਾਲਜ ਫੀਸ ਮੰਗੀ ਜਾਂਦਾ। ਫਿਰ ਹੋ ਕੀ ਰਿਹਾ, ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਨੇ। ਉਸ ਤੋਂ ਬਾਅਦ ਆਪਦੇ ਜਿਹੜਾ ਸਟੱਡੀ ਪਰਮਿਟ ਦੇ ਸਟੇਟਸ ਨੇ ਉਹ ਖਰਾਬ ਕਰ ਲੈਂਦੇ ਨੇ। ਪੇਰੈਂਟਸ ਨੂੰ ਫਿਰ ਝੂਠ ਬੋਲਣਾ ਸ਼ੁਰੂ ਕਰਦੇ ਨੇ, ਕਿਉਂਕਿ ਕਿਤੇ ਨਾ ਕਿਤੇ ਤਾਂ ਬੱਚਾ ਆਪਣੇ ਆਪ ਨੂੰ ਰਿਸਪੌਂਸਿਬਲ ਮੰਨਦਾ ਨਾ, ਦਿਲ ਤੇ ਗੱਲ ਲੈ ਜਾਂਦਾ ਬੱਚਾ, ਦਿਲ ਤੇ ਲੈ ਜਾਂਦਾ। ਹੈਗੇ ਤਾਂ ਬੱਚੇ ਹੀ ਨੇ ਨਾ 12ਵੀਂ ਦੇ ਵਿੱਚ। ਅੱਛਾ, ਸੈਕੰਡਲੀ ਇਹ ਆ ਕਿ ਇੰਡੀਆ ਦਾ ਜਿਹੜਾ ਪੇਰੈਂਟਿੰਗ ਦਾ ਸਟਾਈਲ ਹੈ, ਕਿਤੇ ਨਾ ਕਿਤੇ 12ਵੀਂ ਤੱਕ ਅਸੀਂ ਬੱਚਿਆਂ ਤੇ ਉਨੀ ਰਿਸਪੌਂਸਿਬਿਲਟੀ ਨਹੀਂ ਪਾਉਂਦੇ। ਅਸੀਂ ਸਕੂਲਾਂ ਤੋਂ ਆਉਣਾ, ਘੁੰਮਣਾ ਫਿਰਨਾ 12ਵੀਂ ਕਲਾਸ 'ਚ, ਔਰ ਅਚਾਨਕ ਅਸੀਂ ਕੈਨੇਡਾ ਜਾ ਕੇ ਏਡੇ ਪ੍ਰੈਸ਼ਰ 'ਚ ਬਹਿ ਜਾਂਦੇ ਆ ਕਿ ਸਾਨੂੰ ਵੀ ਪਤਾ ਨਹੀਂ ਲੱਗਦਾ ਅਸਲ 'ਚ ਹੋ ਕੀ ਗਿਆ ਉੱਥੇ। ਕਿਉਂਕਿ ਬੱਚਾ ਉੱਥੇ ਜਾ ਕੇ ਰਿਅਲਾਈਜ਼ ਕਰਦਾ ਹੈ ਕਿ ਜਿਹੜੀ ਮੇਰੀ ਫੀਸ ਤੇ GIC ਭਰੀ ਆ ਨਾ, ਮੇਰੇ ਮਾਂ-ਪਿਓ ਨੇ ਆਪ ਦੀ ਜ਼ਿੰਦਗੀ ਦੀ ਸਾਰੀ ਕਮਾਈ ਆਲਮੋਸਟ ਲਾਤੀ। ਕਈਆਂ ਨੇ ਤਾਂ ਉਹ ਕਮਾਈ ਦੇ ਨਾਲ-ਨਾਲ ਕਰਜ਼ੇ ਵੀ ਚੱਕ ਲਏ ਕਿ ਸਾਡਾ ਬੱਚਾ ਸੈੱਟ ਹੋ ਜਾਵੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਜੇ ਇਹ ਸੈੱਟ ਹੋ ਗਿਆ ਜਾਂ ਹੋ ਗਈ ਤਾਂ ਆਉਣ ਵਾਲੀਆਂ ਸਾਡੀਆਂ ਜਨਰੇਸ਼ਨ ਸੈੱਟ ਹੋ ਜਾਣਗੀਆਂ, ਸਾਡੀ ਲਾਈਫ 'ਚ ਵੀ ਸੁਧਾਰ ਹੋ ਜਾਏਗਾ। ਮਾਪਿਆਂ ਦੀ ਪਰਸੈਪਸ਼ਨ ਬਣੀ ਕਿਵੇਂ ਇਦਾਂ, ਜੇ ਜ਼ਿੰਦਗੀ ਉੱਥੋਂ ਦੀ ਸੈਟਲਮੈਂਟ ਵਾਲੀ ਹੋਏਗੀ ਤਾਂ ਹੀ ਬਣੀ ਹੈ ਨਾ ਪਰਸੈਪਸ਼ਨ ਦੇ ਵਿੱਚ ਬਹੁਤ ਵੱਡਾ ਰੋਲ ਸਾਡੇ ਇਮੀਗ੍ਰੇਸ਼ਨ ਕੰਸਲਟੈਂਟਸ ਨੇ ਵੀ ਅਦਾ ਕੀਤਾ ਜੀ। ਬੱਚਾ ਪੇਰੈਂਟਸ ਤੁਹਾਡੇ ਨਾਲ ਆ ਰਹੇ ਨੇ, ਅਗਲਾ ਮੂਹਰੇ ਇਹ ਕਹਿ ਦਿੰਦਾ ਬਾਸ ਜੀ ਪਹੁੰਚਣ ਦੀ ਦੇਰ ਹੈ, ਇਹ ਤਾਂ ਤੁਹਾਡੇ ਕਰਜ਼ੇ ਕੁਰਜ਼ੇ ਤਾਂ ਇਹਨੇ 2 ਮਹੀਨੇ 'ਚ ਲਾ ਦੇਣੇ ਨੇ, ਇਹ ਤਾਂ 6 ਮਹੀਨੇ 'ਚ ਤੁਸੀਂ ਤਾਂ ਕੋਠੀਆਂ ਛੱਤ ਲੈਣੀਆਂ ਨੇ। ਅੱਛਾ, ਫਿਰ ਉਹ ਇਹ ਵੀ ਦੇਖ ਰਹੇ ਨੇ ਕਿ ਜਿਹੜੇ ਪਿੰਡ ਦੇ ਬੱਚੇ ਪਹਿਲਾਂ ਗਏ ਹੋਏ ਨੇ ਉਹਨਾਂ ਦੇ ਪੇਰੈਂਟਸ ਵੈਲ ਸੈਟਲ ਹੋ ਰਹੇ ਨੇ। ਕਿਤੇ ਨਾ ਕਿਤੇ ਉਹ ਪਰਸੈਪਸ਼ਨ ਬਣਦੀ ਜਾ ਰਹੀ ਆ ਕਿ ਇੱਕ ਵਾਰ ਬਸ ਬੱਚੇ ਨੂੰ ਕੈਨੇਡਾ ਲੈਂਡ ਕਰ ਲੈਣ ਦਿਓ, ਸਾਡੀ ਜ਼ਿੰਦਗੀ ਤੇ ਬੱਚੇ ਦੀ ਜ਼ਿੰਦਗੀ ਉਦਣ ਹੀ ਇੱਕ 180 ਡਿਗਰੀ ਟਰਨ ਲੈ ਕੇ ਫਿਊਚਰ ਦੀ ਬੈਟਰਮੈਂਟ ਲਈ ਅਸੀਂ ਵੱਧ ਜਾਾਂਗੇ। ਹੁਣ ਸੈਮੀਨਾਰ CNA ਲਾਉਣ ਜਾ ਰਹੀ ਹੈ, ਇਸ ਸੈਮੀਨਾਰ 'ਚ ਬੱਚੇ ਤੁਹਾਡੇ ਕੋਲ ਕੀ ਲੈ ਕੇ ਆਉਣ ਔਰ ਉਹਨਾਂ ਨੂੰ ਕੀ ਉਮੀਦਾਂ ਨੇ ਇਸ ਸੈਮੀਨਾਰ ਤੋਂ ਜੋ ਬਾਕੀ ਇਮੀਗ੍ਰੇਸ਼ਨ ਵਾਲੇ ਠੱਗ ਰਹੇ ਨੇ? ਸੈਮੀਨਾਰਸ ਜੀ 10 ਸਤੰਬਰ ਤੋਂ ਜੰਮੂ ਤੋਂ ਸ਼ੁਰੂ ਨੇ, ਫਿਰ 11 ਨੂੰ ਅੰਮ੍ਰਿਤਸਰ ਹੈ, ਫਿਰ ਹੁਸ਼ਿਆਰਪੁਰ ਹੈ, ਜਲੰਧਰ ਹੈ, ਲੁਧਿਆਣੇ ਹੈਗਾ, ਮੋਗੇ ਹੈ, ਚੰਡੀਗੜ੍ਹ ਹੈ, ਹਰਿਆਣਾ, ਕੁਰੂਕਸ਼ੇਤਰ ਐਂਡ ਯਮੁਨਾ ਨਗਰ ਦੇ ਵਿੱਚ ਹੈਗੇ ਨੇ। ਡਾਇਰੈਕਟ ਕਾਲਜ ਦੇ ਸਟਾਫ ਮੈਂਬਰਸ CNA ਦੇ ਉਹ ਕੈਨੇਡਾ ਤੋਂ ਆ ਰਹੇ ਨੇ। ਨਤਾਸ਼ਾ ਨੂੰ ਆ ਕੇ ਤੁਸੀਂ ਜੋ ਵੀ ਤੁਹਾਡੇ ਮਨ 'ਚ ਸਵਾਲ ਆ, ਪਹਿਲੀ ਗੱਲ ਤਾਂ ਮੈਂ ਇਹ ਕਰਾਂਗਾ ਕਿ ਤੁਸੀਂ ਆ ਕੇ ਪੇਰੈਂਟਸ ਤੇ ਬੱਚੇ ਆਪ ਦੇ ਸਵਾਲ ਪੁੱਛਣ। ਕਈ ਵਾਰ ਪੇਰੈਂਟਸ ਨੂੰ ਇਹ ਲੱਗਦਾ ਕਿ ਸਾਨੂੰ ਇੰਗਲਿਸ਼ ਨਹੀਂ ਆਉਂਦੀ, ਉਹ ਗੋਰੇ ਨੇ, ਅਸੀਂ ਗੱਲ ਕਿਵੇਂ ਕਰਾਂਗੇ। ਘਬਰਾਓ ਨਾ, ਅਸੀਂ ਵੀ ਉੱਥੇ ਹੋਵਾਂਗੇ। ਤੁਹਾਡੇ ਜਿਹੜੇ ਸਿਰ ਦੇ ਵਾਲ ਚਿੱਟੇ ਨੇ ਨਾ, ਧੁੱਪ 'ਚ ਨਹੀਂ ਹੋਏ। ਤੁਸੀਂ ਜ਼ਿੰਦਗੀ ਹੰਢਾਈ ਆ, ਤੁਹਾਨੂੰ ਜ਼ਿੰਦਗੀ ਦਾ ਤਜਰਬਾ ਹੈ ਜੋ ਹੋ ਸਕਦਾ ਤੁਹਾਡੇ ਬੱਚੇ ਨੂੰ ਨਾ ਹੋਵੇ, ਚਾਹੇ ਉਸ ਨੂੰ ਇੰਗਲਿਸ਼ ਤੁਹਾਡੇ ਨਾਲੋਂ ਵੱਧ ਆਉਂਦੀ ਹੋਵੇ। ਤੁਸੀਂ ਆਪਦੇ ਸਵਾਲ ਲਿਖ ਕੇ ਲੈ ਕੇ ਆਓ, ਆ ਕੇ ਪਹਿਲਾਂ ਕਾਲਜ ਵਾਲਿਆਂ ਨੂੰ ਸਵਾਲ ਪੁੱਛੋ, ਸੈਟੀਸਫਾਈ ਹੋਵੋਗੇ ਤੇ ਆਪਦਾ ਅਪਲਾਈ ਕਰਿਓ। ਅਪਲਾਈ ਕਰਨ ਦੇ ਲਈ ਆਪਦੇ ਐਜੂਕੇਸ਼ਨ ਦੇ ਡਾਕੂਮੈਂਟਸ ਲੈ ਕੇ ਆਓ। ਇੰਗਲਿਸ਼ ਦਾ ਤੁਹਾਡਾ IELTS ਦਾ ਐਗਜ਼ਾਮ ਕੀਤਾ ਹੋਣਾ ਚਾਹੀਦਾ। 10th 12th ਜੇ ਤੁਸੀਂ ਲੈ ਰਹੇ ਹੋ ਰਿਜ਼ਲਟ ਤਾਂ ਉਹ ਲੈ ਕੇ ਆਓ, ਜੇ ਡਿਗਰੀ ਕਰੀ ਹੋਵੇ ਤਾਂ ਡਿਗਰੀ ਲੈ ਕੇ ਆਓ, ਤਾਂ ਕਿ ਤੁਸੀਂ ਪੋਸਟ ਡਿਪਲੋਮਾ ਦੇ ਵਿੱਚ ਐਡਮਿਸ਼ਨ ਲੈ ਸਕੋ। ਤੇ ਪ੍ਰੋਗਰਾਮਸ ਨੇ ਜਿਹੜੇ ਕਾਫੀ ਅਵੇਲੇਬਲ ਨੇ ਜੀ। ਜੇ ਕਿਸੇ ਨੇ ਇੰਜੀਨੀਅਰਿੰਗ ਕਰਨੀ ਆ ਉਹਨੂੰ ਇੰਜੀਨੀਅਰਿੰਗ ਦੇ ਪ੍ਰੋਗਰਾਮਸ ਨੇ, ਜੇ IT ਕਰਨੀ ਆ ਕੰਪਿਊਟਰਸ ਦੇ ਨੇ, ਬਿਜ਼ਨਸ ਕਰਨਾ ਉਹਨਾਂ ਨੇ ਐਡਮਿਨ ਦਾ ਪ੍ਰੋਗਰਾਮ ਕਰਨਾ, ਕਿਸੇ ਨੇ ਮੈਡੀਕਲ ਕਰਿਆ। ਜੀ ਅਪਲਾਈ ਕਰ ਲਿਆ, ਉਸ ਤੋਂ ਬਾਅਦ ਪ੍ਰੋਸੈਸ ਕਿੰਨਾ ਕੁ ਹੈ? ਜਿਹੜੇ ਬੱਚੇ, ਕਿਉਂਕਿ ਇਹ ਕੋਹੋਰਟਸ ਚੱਲਣੇ ਨੇ, ਜਿਹੜੇ ਬੱਚੇ ਆ ਕੇ ਅਪਲਾਈ ਕਰਦੇ ਨੇ ਉਹਨਾਂ ਨੂੰ ਵਿਦਿਨ 5 ਬਿਜ਼ਨਸ ਡੇਜ਼ ਆਫਰ ਲੈਟਰਸ ਦਿੱਤੀਆਂ ਜਾਣਗੀਆਂ। ਜਿਹੜਾ ਬੱਚਾ 11 ਨੂੰ ਅੰਮ੍ਰਿਤਸਰ ਅਪਲਾਈ ਕਰਦਾ ਹੈ, ਉਹ ਨੈਕਸਟ ਮੰਡੇ ਮੇਰਾ ਖਿਆਲ ਸਾਡਾ ਮੋਗੇ ਹੋਏਗਾ ਸੈਮੀਨਾਰ, ਉਸ ਦਿਨ 16 ਨੂੰ ਆ ਕੇ ਮੋਗੇ ਤੋਂ ਸਾਡੀ ਆਪਦੀ ਆਫਰ ਲੈਟਰ ਲੈ ਜਾਵੇ, ਜਾਂ 17 ਨੂੰ ਚੰਡੀਗੜ੍ਹ ਹੋਏਗਾ, 17 ਨੂੰ ਚੰਡੀਗੜ੍ਹ ਆ ਕੇ ਆਪਦੀ ਆਫਰ ਲੈਟਰ ਨੇ ਜਿਹੜੀਆਂ ਉਹ ਲੈ ਜਾਣ। ਆਫਰ ਲੈਟਰ ਲੈ ਜਾਵੇ। ਜਿਵੇਂ ਤੁਸੀਂ ਕਿਹਾ ਕਿ ਕੈਨੇਡਾ ਪਹੁੰਚਣਾ ਹੀ ਮਕਸਦ ਨਹੀਂ ਹੈ। ਬਿਲਕੁਲ। ਹਨਾ, ਹੁਣ ਇੱਥੇ ਅਪਲਾਈ ਕਰਕੇ ਬੱਚਾ ਕੈਨੇਡਾ ਪਹੁੰਚ ਗਿਆ, ਅੱਗੇ ਦਾ ਭਵਿੱਖ ਕੀ ਹੈ ਉਹਦਾ?
ਜਿੱਦਣ ਬੱਚਾ ਉੱਥੇ ਗ੍ਰੈਜੂਏਟ ਹੋ ਜਾਂਦਾ ਹੈ, ਆਪਦਾ 2 ਸਾਲ ਦਾ ਪ੍ਰੋਗਰਾਮ ਕੰਪਲੀਟ ਕਰ ਲੈਂਦਾ ਹੈ, ਉਹ ਪੀਐਨਪੀਜ਼ ਦੇ ਥਰੂ ਆਪਦੀ ਪੀਆਰ ਫਾਈਲ ਕਰ ਦਿੰਦਾ ਹੈ। ਜਿੱਦਣ ਬੱਚੇ ਦਾ ਵਰਕ ਪਰਮਿਟ ਆ ਜਾਂਦਾ ਸਟੱਡੀ ਤੋਂ ਬਾਅਦ, ਜਿਹਨੂੰ ਆਪਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਕਹਿੰਦੇ ਆ, ਵਿਦਆਊਟ ਆਇਲਸ, ਮੈਂ ਇੱਥੇ ਦੁਬਾਰਾ ਰਿਪੀਟ ਕਰ ਰਿਹਾ ਕਿ ਬਿਨਾਂ ਆਇਲਸ ਤੋਂ ਆਪ ਦੀ ਪੀਆਰ ਫਾਈਲ ਕਰ ਦਿੰਦਾ ਪੀਐਨਪੀ ਸਿਸਟਮ ਦੇ ਥਰੂ, ਜਾਂ ਇੱਕ ਉਹਨਾਂ ਦਾ ਏਆਈਪੀ ਪ੍ਰੋਗਰਾਮ ਹੈਗਾ, ਉਹਦੇ ਵਿੱਚ ਆਪਦੀ ਪੀਐਨਪੀ ਲਾ ਲੈਂਦਾ। ਜਿਹੜੇ ਬੱਚੇ ਬਰੈਂਪਟਨ ਜਾਂਦੇ ਨੇ, ਹੋਰ ਵੱਡੇ ਸ਼ਹਿਰਾਂ 'ਚ ਜਾਂਦੇ ਨੇ, ਪ੍ਰੋਗਰਾਮ ਕੰਪਲੀਟ ਕਰਕੇ ਫਿਰ ਉਹਨਾਂ ਦੇ ਪੁਆਇੰਟਸ ਨਹੀਂ ਬਣ ਰਹੇ, ਉਹਨਾਂ ਨੂੰ ਪੀਐਨਪੀਜ਼ ਨਹੀਂ ਮਿਲ ਰਹੀਆਂ, ਉਹ ਫਿਰ ਉਦੋਂ ਬਾਅਦ ਖੱਜਲ ਹੋ ਰਹੇ ਨੇ। ਕੋਈ ਨਿਊ ਫਾਊਂਡਲੈਂਡ ਹੀ ਬਹੁਤ ਬੱਚੇ ਜਾ ਰਹੇ ਨੇ ਪੀਆਰ ਲੈਣ, ਕੋਈ ਪੀਆਈ ਜਾ ਰਿਹਾ, ਕੋਈ ਨੋਵਾ ਸਕੋਸ਼ੀਆ ਜਾ ਰਿਹਾ। ਅਸੀਂ ਇਹ ਕਹਿੰਦੇ ਆ ਵੀ ਇਹਨਾਂ ਚੱਕਰਾਂ 'ਚ ਪੈਣ ਦੀ ਲੋੜ ਕੀ ਆ? ਤੁਹਾਡੇ ਕੋਲ ਪਹਿਲੇ ਦਿਨ ਗਵਰਨਮੈਂਟ ਕਾਲਜ ਆ ਰਿਹਾ ਜਿਸ ਦੀ ਫੀਸ ਅੱਧੀ ਹੈ, ਤੁਹਾਡਾ ਖਰਚਾ ਅੱਧਾ ਹੋ ਗਿਆ। ਪ੍ਰੋਪਰ ਕਾਲਜ ਆ, ਪ੍ਰੋਪਰ ਕੈਂਪਸ ਨੇ ਇਹਨਾਂ ਦੇ, ਇਹ ਨਹੀਂ ਵੀ ਕਿ 2 ਕਮਰਿਆਂ ਦਾ ਕਾਲਜ ਹੋ ਗਿਆ ਤੇ ਪ੍ਰੋਫੈਸਰ ਨੇ ਪੜ੍ਹਾਤਾ। ਅੱਛਾ, ਪਰ ਮੈਂ ਇੱਕ ਗੱਲ, ਤੁਸੀਂ ਜਿਵੇਂ ਆਪਾਂ ਕਰ ਰਹੇ ਸੀ ਗੱਲਬਾਤ, ਬੱਚੇ ਜਦੋਂ ਉੱਥੇ ਪਹੁੰਚ ਗਏ, ਉੱਥੇ ਕਾਲਜ 'ਚ ਪ੍ਰੋਪਰ ਪੜ੍ਹਨਾ ਪੈਣਾ? ਬਿਲਕੁਲ ਪੜ੍ਹਨਾ ਪੈਣਾ। ਇਹ ਗੱਲ ਪਹਿਲਾਂ ਕਲੀਅਰ ਕਰ ਦਿਓ ਫਿਰ। ਹਾਂ, ਸਾਡੇ ਕੋਲ ਬੱਚੇ ਉਹ ਇਹ ਕਾਲਜ 'ਚ ਅਪਲਾਈ ਕਰਨ, ਉਹ ਮਾਪਿਓ ਆਪਦੇ ਬੱਚਿਆਂ ਨੂੰ ਲੈ ਕੇ ਆਉਣ ਜਿਨ੍ਹਾਂ ਨੇ ਬੱਚੇ ਪੜ੍ਹਾਉਣੇ ਨੇ। ਜੇ ਬੱਚੇ ਦਾ ਮਾਈਂਡਸੈਟ ਇਹ ਆ ਕਿ ਮੈਂ ਪੜ੍ਹਨਾ ਨਹੀਂ ਹੈਗਾ, ਫਿਰ ਸੀਐਨਏ ਉਹਨਾਂ ਲਈ ਨਹੀਂ ਹੈਗਾ, ਕਿਉਂਕਿ ਇੱਥੇ ਤਾਂ ਪ੍ਰੋਪਰ ਪੜ੍ਹਾਈ ਹੋਣੀ ਆ। ਬਟ ਇੱਥੇ ਪੜ੍ਹਾਈ, ਤੁਸੀਂ ਇਹ ਦੇਖੋ, ਹੁਣ ਤੁਸੀਂ ਪੜ੍ਹ ਲਏ, 2 ਸਾਲ ਪੜ੍ਹ ਲਏ, ਕੱਲ੍ਹ ਨੂੰ ਜੌਬਸ ਵੀ ਵਧੀਆ ਮਿਲਦੀਆਂ ਨੇ। ਸੀਐਨਏ ਦੀਆਂ ਮੈਂ ਰੀਸੈਂਟ ਬਹੁਤ ਐਗਜ਼ਾਮਪਲਸ ਨੇ, ਬਟ ਮੈਂ 2 ਐਗਜ਼ਾਮਪਲਸ ਦਿੰਦਾ। ਕੁੜੀਆਂ ਆਪਣੇ ਪੰਜਾਬ ਦੀਆਂ ਨੇ, ਦੋਨੇ ਇਸ ਟਾਈਮ ਉੱਥੋਂ ਦੇ ਕੋਰਟ ਦੇ ਲਈ ਕੰਮ ਕਰ ਰਹੀਆਂ ਨੇ, ਜਿੱਦਾਂ ਆਪਣਾ ਹਾਈ ਕੋਰਟ ਹੋ ਗਿਆ ਪੰਜਾਬ ਐਂਡ ਹਰਿਆਣਾ ਵਾਲਾ, ਉਹਦੇ ਵਿੱਚ ਲੱਗੀਆਂ ਹੋਈਆਂ ਨੇ, ਵਧੀਆ ਜੌਬ ਆ, ਤੇ ਗਵਰਨਮੈਂਟ ਆਫ ਨਿਊ ਫਾਊਂਡਲੈਂਡ ਨੇ ਹੀ ਉਹਨਾਂ ਦੀ ਪੀਆਰ ਕਰਾ ਕੇ ਦਿੱਤੀ। ਮੈਂ ਸਮਝ ਗਿਆ। ਜਿਹੜੇ ਕੈਨੇਡਾ ਦੇ ਵਿੱਚ ਅਫਸਰ ਲੱਗ ਰਹੇ ਨੇ, ਵਕੀਲ ਬਣ ਰਹੇ ਨੇ, ਉਹ ਅਜਿਹੇ ਕਾਲਜਾਂ 'ਚ ਪੜ੍ਹ ਕੇ ਬਣ ਰਹੇ ਨੇ। ਸਕਿੱਲਸ ਤੁਹਾਨੂੰ ਇੱਥੋਂ ਹੀ ਲਰਨ ਹੋ ਰਹੀਆਂ ਨੇ। ਜੇ ਪ੍ਰੋਪਰ ਪੜ੍ਹਾਈ ਹੋਏਗੀ, ਪ੍ਰੋਪਰ ਤੁਸੀਂ ਸਿੱਖੋਗੇ, ਤਾਂ ਹੀ ਉਹ ਸਕਿੱਲਸ ਅੱਗੇ ਅਪਲਾਈ ਕਰੋਗੇ। ਕੈਨੇਡਾ ਦੇ ਵਿੱਚ ਜਿਹੜੇ ਵੀ ਅਫਸਰ ਬਣ ਰਹੇ, ਉਹ ਸੈਟੇਲਾਈਟ ਕੈਂਪਸ 'ਚੋਂ ਪੜ੍ਹ ਕੇ ਨਹੀਂ ਕਦੇ ਬਣ ਸਕਦੇ। ਮੈਂ ਇਹ ਨਹੀਂ ਕਹੂੰਗਾ ਨਹੀਂ ਬਣ ਸਕਦੇ, ਬਟ ਸੈਟੇਲਾਈਟ ਕੈਂਪਸ ਦੇ ਵਿੱਚ ਤੁਹਾਨੂੰ ਰਿਸੋਰਸਿਸ ਹੀ ਨਹੀਂ ਹੈਗੇ। ਫੀਸ ਤੁਹਾਡੇ ਤੋਂ ਉਹਨਾਂ ਨੇ ਉਨੀ ਲੈ ਲਈ, ਨਾ ਉੱਥੇ ਉਹ ਲਾਇਬ੍ਰੇਰੀ ਆ, ਨਾ ਉਹਨੇ ਹਾਈ ਲੈਵਲ ਦੇ ਉੱਥੇ ਪ੍ਰੋਫੈਸਰਸ ਨੇ। ਇਹ ਤਾਂ ਬੱਚਾ ਆਪ ਜਾ ਕੇ ਕੰਪੇਅਰ ਕਰ ਸਕਦਾ ਨਾ ਉੱਥੇ। ਉਹ ਆਪ ਰਿਅਲਾਈਜ਼ ਕਰੇਗਾ ਕਿ ਜਿਹੜਾ ਇੱਕ ਮੇਨ ਕੈਂਪਸ ਹੈ ਜਿਹਦੇ ਵਿੱਚ ਪ੍ਰੋਪਰ ਫੰਡਿੰਗ ਹੋ ਰਹੀ ਹੈ, ਗਵਰਨਮੈਂਟ ਵੱਲੋਂ ਫੰਡਿੰਗ ਆ ਰਹੀਆਂ ਨੇ, ਉੱਥੇ ਪੜ੍ਹਨ ਦਾ ਫਾਇਦਾ ਹੈ। ਆ ਪ੍ਰਾਈਵੇਟ ਕਾਲਜਸ ਦੇ ਵਿੱਚ ਜਾਣ ਦਾ ਕੋਈ ਫਾਇਦਾ ਨਹੀਂ। ਫਿਰ ਸੀਐਨਏ ਤੋਂ ਅਪਲਾਈ ਕਰਕੇ ਬੱਚਾ ਉੱਥੇ ਪਹੁੰਚ ਗਿਆ, ਪ੍ਰੋਪਰ ਪੜ੍ਹਦਾ ਵੀ ਹੈ, ਫਿਰ ਕਮਾਈ ਦਾ ਸਾਧਨ ਕਿੰਨਾ ਕੁ ਸਮਾਂ ਨਿਕਲੇਗਾ ਉਹਨੂੰ ਕਮਾਉਣ ਦੇ ਲਈ? ਕਿਉਂਕਿ ਪੰਜਾਬੀਆਂ ਦੀ ਪਰਸੈਪਸ਼ਨ ਹੀ ਹੈ ਕਿ ਬਾਹਰ ਜਾਣਾ ਤੇ ਕਮਾਉਣਾ। ਪਹਿਲੀ ਗੱਲ ਤਾਂ ਸੀਐਨਏ ਦਾ ਜੀ ਖਰਚਾ ਹੀ ਬਾਕੀ ਕਾਲਜਸ ਨਾਲੋਂ ਅੱਧਾ ਹੋ ਗਿਆ। ਤੁਹਾਡੇ ਬੱਚੇ ਤੇ ਜਿਹੜਾ ਇਹ ਪ੍ਰੈਸ਼ਰ ਸੀਗਾ ਕਿ ਮੈਂ ਕਮਾ ਕੇ ਅਗਲੀ ਫੀਸ ਦੇਣੀ ਆ, ਜਾਂ ਤੁਹਾਡੇ ਤੇ ਪ੍ਰੈਸ਼ਰ ਸੀਗਾ, ਉਹ ਰਿਡਿਊਸ ਹੋ ਗਿਆ। ਸੈਕੰਡਲੀ, ਉੱਥੇ ਕੰਮ ਅਵੇਲੇਬਲ ਹੈ। ਹੁਣ ਸਾਡਾ ਰੀਸੈਂਟਲੀ ਬੈਚ ਸਪਟੈਂਬਰ ਦਾ ਇੱਕ ਹੈਪੀ ਵੈਲੀ ਗੂਜ਼ਬੇ ਇਹਨਾਂ ਦਾ ਕੈਂਪਸ ਹੈਗਾ, ਥੋੜਾ ਜਿਹਾ ਰਿਮੋਟ ਰੀਜਨ 'ਚ ਹੈ। ਮੁੰਡੇ ਪਟਿਆਲੇ ਦੇ 2 ਗਏ ਨੇ, ਆਲਰੇਡੀ ਉਹਨਾਂ ਨੂੰ ਅਜੇ ਪਹੁੰਚੇ ਨੇ, ਤੇ ਨਾਲ ਦੀ ਨਾਲ ਉਹਨਾਂ ਨੂੰ ਉੱਥੇ ਜੌਬ ਵੀ ਆਫਰ ਹੋ ਗਈ ਹੈ। ਤੇ ਇਹਦੇ ਨਾਲ ਨਾਲ ਸਾਡੇ ਬਰੈਂਪਟਨ ਆਫਿਸ 'ਚ ਬੱਚੇ ਆ ਰਹੇ ਨੇ ਜਿਨ੍ਹਾਂ ਨੂੰ 2-2 3-3 ਮਹੀਨੇ ਹੋ ਗਏ ਤੇ ਬਰੈਂਪਟਨ 'ਚ ਉਹਨਾਂ ਨੂੰ ਜੌਬਸ ਨਹੀਂ ਮਿਲ ਰਹੀਆਂ। ਸੋ ਕੰਮ ਅਵੇਲੇਬਲ ਹੈ। ਪੀਆਰ ਦੇ ਲਈ ਵੀ ਬਾਅਦ ਦੇ ਵਿੱਚ ਬੱਚੇ ਬਰੈਂਪਟਨ ਤੋਂ, ਬਾਕੀ ਸ਼ਹਿਰਾਂ ਤੋਂ, ਹੋਰ ਸਟੇਟਸ ਤੋਂ ਨਿਊ ਫਾਊਂਡਲੈਂਡ ਦੇ ਵਿੱਚ ਬਹੁਤ ਮੂਵ ਹੋ ਰਹੇ ਨੇ, ਕਿਉਂਕਿ ਪੀਐਨਪੀ ਤੇ ਪੀਆਰ ਇੱਥੇ ਸੌਖੀ ਹੈ। ਪਰ ਜਦੋਂ ਬੱਚਾ ਤੁਹਾਡਾ ਉੱਥੇ ਪੜ੍ਹ ਲੈਂਦਾ ਤਾਂ ਉਹਦੇ ਲਈ ਰੂਲਸ ਹੋਰ ਨੇ। ਬਾਅਦ ਦੇ ਵਿੱਚ ਤੁਸੀਂ ਬਾਹਰੋਂ ਪੜ੍ਹ ਕੇ ਆਉਂਦੇ ਹੋ ਤਾਂ ਰੂਲਸ ਹੋਰ ਨੇ, ਫਿਰ ਤੁਹਾਡੀ ਪੀਆਰ ਸਟਿਲ ਔਖੀ ਆ। ਬਟ ਜੇ ਤੁਸੀਂ ਉੱਥੇ ਪੜ੍ਹ ਲੈਂਦੇ ਹੋ ਤਾਂ ਪਰਮਾਨੈਂਟ ਰੈਜ਼ੀਡੈਂਸੀ ਤੁਹਾਡੀ ਬੱਚੇ ਦੀ ਬਹੁਤ ਜ਼ਿਆਦਾ ਸੌਖੀ ਹੈ। ਪ੍ਰਵਿੰਦਰ ਜੀ, ਫਰਾਡ ਜਿਹੜੇ ਹੋ ਰਹੇ ਨੇ ਇਮੀਗ੍ਰੇਸ਼ਨਾਂ ਦੇ, ਇਹਨਾਂ ਦੇ ਬ੍ਰੇਕ ਕਦੋਂ ਲੱਗੂਗੀ? ਸਿੱਧੀ ਜੀ ਗੱਲ ਹੈ। ਜਦੋਂ ਤੱਕ ਪੰਜਾਬੀ ਆਪਣੇ ਪ੍ਰੋਪਰ ਰਿਸਰਚ ਨਹੀਂ ਕਰਨਗੇ, ਉਦੋਂ ਤੱਕ ਮੈਨੂੰ ਨਹੀਂ ਲੱਗਦਾ ਕਿ ਕਿਤੇ ਵੀ ਇਹ ਪ੍ਰੋਬਲਮ ਆ ਜਿਹੜੀ ਉਹ ਦੂਰ ਹੋਏਗੀ। ਹੁਣ ਅਸੀਂ, ਮਤਲਬ ਤੁਹਾਡਾ ਕਹਿਣ ਦਾ ਮਤਲਬ ਹੈ ਫਰਾਡ ਪੰਜਾਬੀਆਂ ਦੀ ਗਲਤੀ ਕਰਕੇ ਹੀ ਹੋ ਰਹੇ ਨੇ। ਇਹ ਜਾ ਕੇ ਇਮੀਗ੍ਰੇਸ਼ਨਾਂ ਦੇ ਟੇਬਲਾਂ ਤੇ ਆਪਣੇ ਕਾਗਜ਼ ਰੱਖ ਦਿੰਦੇ ਨੇ, ਅੱਖਾਂ ਬੰਦ ਕਰਕੇ ਬਾਹਰ ਨੂੰ ਆ ਜਾਂਦੇ ਆ, ਪੈਸੇ ਦੇ ਕੇ ਬਾਹਰ ਨੂੰ ਆ ਜਾਂਦੇ ਨੇ, ਮੁੜ ਕੇ ਉਹਨਾਂ ਨਾਲ ਜੋ ਕੁਝ ਹੋ ਗਿਆ ਤਾਂ ਮੁੜ ਕੇ ਉਸ ਤੋਂ ਬਾਅਦ ਐਫਆਈਆਰਾਂ ਹੋਈ ਜਾ ਰਹੀਆਂ ਨੇ। ਆ ਮੈਨੂੰ 4 ਦਿਨ ਹੋ ਗਏ ਇੰਡੀਆ, ਇਹਨੂੰ ਰੋਜ਼ ਅਖਬਾਰ ਚੱਕ ਲਓ ਜੀ, ਇੰਨੀ ਐਫਆਈਆਰ, ਉਹ ਫਲਾਣਾ ਹੀ ਟਰੈਵਲ ਏਜੰਟ ਦੇ ਇੰਨੀ। ਤੁਸੀਂ ਅਗਲਿਆਂ ਨੂੰ ਪ੍ਰੋਪਰ ਰਿਸਰਚ ਤੋਂ ਬਿਨਾਂ ਪੈਸੇ ਕਿਉਂ ਦੇ ਰਹੇ ਹੋ? ਤੁਹਾਨੂੰ ਅਗਲੇ ਨੇ ਕਹਿਤਾ ਕਿ ਮੈਂ 16 ਲੱਖ ਰੁਪਈਆ ਲੈ ਕੇ ਤੁਹਾਡਾ ਬੱਚਾ ਕੈਨੇਡਾ ਪਹੁੰਚਾ ਦਿਆਂਗਾ ਪ੍ਰਾਈਵੇਟ, ਤੁਸੀਂ ਉਹਨੂੰ ਪੁੱਛੋ ਕਿ ਵੀ ਕਿਹੜਾ ਕਾਲਜ ਦੇ ਰਹੇ ਹੋ, ਕਿਹੜਾ ਪ੍ਰੋਗਰਾਮ ਦੇ ਰਹੇ ਹੋ। ਆਪਦੇ ਬੱਚੇ ਨੂੰ ਪੁੱਛੋ ਵੀ ਭਾਈ ਤੂੰ ਇਹ ਪ੍ਰੋਗਰਾਮ ਕਰਨਾ, ਤੇਰਾ ਇੰਟਰਸਟ ਹੈਗਾ। ਉਦੋਂ ਤਾਂ ਤੁਸੀਂ ਡਾਕੂਮੈਂਟ ਲਿਜਾ ਕੇ ਅਗਲੇ ਦੇ ਮੂਹਰੇ ਧਰ ਦਿੰਦੇ ਹੋ ਵੀ ਇੱਕ ਵਾਰ ਬੱਚਾ ਭੇਜ ਦੇ, ਫਿਰ ਅਗਲਾ, ਕਿਉਂਕਿ ਦੇਖੋ ਉਹ ਇੱਕ ਬਿਜ਼ਨਸ ਹੈ ਕੈਨੇਡਾ ਦੇ ਵਿੱਚ। ਜਾਂ ਇੱਥੇ ਮੈਂ ਦੇਖਿਆ, ਇੱਥੇ ਹਰੇਕ ਇਮੀਗ੍ਰੇਸ਼ਨ ਕੰਸਲਟੈਂਟ ਫ੍ਰੀ ਵਰਡ ਬਹੁਤ ਯੂਜ਼ ਕਰ ਰਿਹਾ, ਹਰ ਚੀਜ਼ ਫ੍ਰੀ। ਪ੍ਰਾਈਵੇਟ ਬਿਜ਼ਨਸ ਨੇ, ਪ੍ਰਾਈਵੇਟ ਬਿਜ਼ਨਸ ਕਿਉਂ ਕੋਈ ਚੀਜ਼ ਫ੍ਰੀ ਕਰੇਗਾ? ਪਰ ਉਹ ਤਾਂ ਕਹਿ ਰਿਹਾ ਵੀਜ਼ਾ ਲੱਗਣ ਤੋਂ ਬਾਅਦ, ਤੁਹਾਡਾ ਬੱਚਾ ਕੈਨੇਡਾ ਪਹੁੰਚਣ ਤੋਂ ਬਾਅਦ ਪੈਸੇ ਲਵਾਂਗੇ। ਹਾਂ, ਤੇ ਮੈਨੂੰ ਇਹ ਦੱਸੋ
ਉਹ ਇੱਕ ਥਰਡ ਪਾਰਟੀ ਦਾ ਬੱਚਾ ਹੈ, ਠੀਕ ਹੈ ਜੀ, ਉਹ ਤਾਂ ਜਾਣਦਾ ਨਹੀਂ ਉਹਨੂੰ। ਮੈਂ ਤੁਹਾਡੀ ਮੇਰੀ ਗੱਲ ਕਰ ਲੈਣਾ, ਆਪਣੇ ਕੋਲ ਕੋਈ ਰਿਸ਼ਤੇਦਾਰ ਆ ਜਾਵੇ, ਉਹ ਕਹੇ ਵੀ ਤੁਸੀਂ 17-18 ਹਜ਼ਾਰ ਡਾਲਰ ਬੱਚੇ ਦੀ ਫੀਸ ਭਰੋ, 10,000 ਡਾਲਰ GIC ਭਰੋ, ਮੇਰਾ ਬੱਚਾ ਉੱਥੇ ਪਹੁੰਚਦਾ ਕਰ ਦਿਓ। ਆਪਾਂ ਵੀ ਸੋਚਦੇ ਹਾਂ ਵੀ ਆਪਾਂ ਕਿੱਦਾਂ ਪੈਸੇ ਇਹਦੇ ਤੇ ਇਨਵੈਸਟ ਕਰ ਦਈਏ। ਉਹ ਇੱਕ ਥਰਡ ਪਾਰਟੀ ਤੁਹਾਡੇ ਬੱਚੇ ਤੇ ਇਨਵੈਸਟ ਕਰ ਰਹੀ ਆ। ਫਿਰ ਜਿਹੜਾ ਰੌਲਾ ਪੈਂਦਾ ਫਿਰ ਉਹ ਕੀ ਕਰਦੇ ਨੇ, ਤੁਹਾਨੂੰ ਫੇਕ ਆਫਰ ਲੈਟਰ ਤੁਹਾਡੇ ਬੱਚੇ ਨੂੰ ਦਿੱਤੀ ਜਾ ਰਹੀ ਆ, ਫੇਕ ਟਿਊਸ਼ਨ ਫੀ ਰਸੀਟ ਤੁਹਾਡੇ ਬੱਚੇ ਦੀ ਬਣਾਈ ਜਾ ਰਹੀ ਆ। ਉਸ ਤੋਂ ਬਾਅਦ ਤੁਹਾਡਾ ਕੇਸ ਲਾਇਆ ਜਾ ਰਿਹਾ। ਤੁਹਾਡਾ ਲੈਟਸ ਸੇ ਵੀਜ਼ਾ ਆ ਗਿਆ, ਤਾਂ ਜਿੱਦਣ ਵੀਜ਼ਾ ਆ ਕੇ ਬੱਚਾ ਕੈਨੇਡਾ ਪਹੁੰਚਦਾ ਆ, ਕਾਲਜ ਜਾਂਦਾ, ਤਾਂ ਕਾਲਜ ਉਹਨੂੰ ਇਨਫੋਰਮ ਕਰਦਾ ਵੀ ਤੇਰੀ ਸਾਡੇ ਕੋਲ ਕੋਈ ਸੀਟ ਨਹੀਂ, ਕੋਈ ਤੇਰੀ ਫੀਸ ਨਹੀਂ ਆਈ। ਬੱਚਾ ਸੋਚਦਾ ਜੀ ਮੈਂ ਤਾਂ 15 ਲੱਖ ਰੁਪਈਆ ਦੇ ਕੇ ਆਇਆ, ਮੇਰੀ ਫੀਸ ਕਿਵੇਂ ਨਹੀਂ ਆਈ। ਉਹ ਏਜੰਟ ਨੂੰ ਫੋਨ ਕਰਦਾ, ਉਹ ਅਗਲੇ ਨੂੰ ਇੱਕ ਗੱਲ ਕਹਿ ਦਿੰਦਾ ਵੀ ਤੂੰ ਕੈਨੇਡਾ ਪਹੁੰਚ ਗਿਆ ਨਾ, ਬਸ ਗੱਲ ਖਤਮ ਹੋ ਗਈ। ਪੇਰੈਂਟਸ ਨੂੰ ਵੀ ਕਨਵਿੰਸ ਕਰ ਲੈਂਦੇ ਨੇ ਡਰਾ ਧਮਕਾ ਕੇ ਕਿ ਬਸ ਗੱਲ ਮੁੰਡਾ ਪਹੁੰਚ ਗਿਆ। ਤੁਸੀਂ ਕੈਨੇਡਾ ਦੇ ਵਿੱਚ ਦੇਖਦੇ ਹੋ ਕੀ ਹਾਲ ਕੀ ਹੈ ਬੱਚਿਆਂ ਦੇ, ਉੱਥੇ ਗਰਾਊਂਡ ਦੇ ਵਿੱਚ ਕੀ ਸਥਿਤੀ ਹੈ? ਗਰਾਊਂਡ ਦੇ ਵਿੱਚ ਜੀ ਬੱਚਿਆਂ ਨੂੰ ਸਿਆਣੇ ਬਣਨਾ ਪੈਣਾ, ਠੀਕ ਹੈ। ਉੱਥੇ ਜਾ ਕੇ ਬੱਚੇ ਜ਼ਰੂਰ ਸਿਆਣੇ ਬਣਦੇ ਨੇ, ਮਿਹਨਤਾਂ ਕਰ ਰਹੇ ਨੇ। ਆ ਜਿਹੜਾ ਇੰਡੀਆ ਦੇ ਵਿੱਚ ਇੱਕ ਰਿਵਰਸ ਮਾਈਗ੍ਰੇਸ਼ਨ ਦਾ ਬਹੁਤ ਗੱਲਾਂ ਚੱਲ ਰਹੀਆਂ ਨੇ, ਜਾਂ ਬੱਚੇ ਸਾਡੇ ਵਿਗੜ ਗਏ, ਠੀਕ ਆ, ਹਰੇਕ ਪੋਪੂਲੇਸ਼ਨ 'ਚ ਕੁਝ ਪਰਸੈਂਟੇਜ ਹੁੰਦੀ ਆ, ਬਟ ਸਾਡੇ ਕੋਲ ਬਹੁਤ ਮਿਹਨਤੀ ਬੱਚੇ ਵੀ ਨੇ। ਉਹ ਬੱਚੇ ਵੀ ਨੇ ਜਿਹੜੇ 2-2 ਸ਼ਿਫਟਾਂ ਲਾ ਰਹੇ ਨੇ, ਆਪਦੀ ਫੀਸ ਵੀ ਕੱਢ ਰਹੇ ਨੇ, ਪੜ੍ਹ ਵੀ ਰਹੇ ਨੇ, ਸਾਰਾ ਕੁਝ ਕਰ ਰਹੇ ਨੇ, ਪਰ ਉਹਨਾਂ ਨੂੰ ਕੋਈ ਦੇਖਦਾ ਨਹੀਂ, ਕਿਉਂਕਿ ਉਹ ਨਿਊਜ਼ ਨਹੀਂ ਬਣਦੀ। ਜਿਹੜੇ ਬੱਚੇ ਗਲਤ ਹੋ ਜਾਂਦੇ ਨੇ ਉਹਨਾਂ ਦੀਆਂ ਨਿਊਜ਼ ਬਣੀ ਜਾ ਰਹੀਆਂ। ਰਿਵਰਸ ਮਾਈਗ੍ਰੇਸ਼ਨ ਦਾ ਕੀ ਹੁਣ ਮੈਟਰ ਉੱਠ ਰਿਹਾ? ਬੱਚੇ ਵਤਨਾਂ ਨੂੰ ਵਾਪਸੀ ਕਰ ਰਹੇ, ਅਸਲ ਦੇ ਵਿੱਚ ਕੀ ਹੈਗੀ? ਅਸਲ ਦੇ ਵਿੱਚ ਜੀ ਇਦਾਂ ਦਾ ਕੁਝ ਨਹੀਂ ਹੈ। ਹਰੇਕ ਬੰਦਾ ਜ਼ੋਰ ਲਾ ਰਿਹਾ, ਐਂਡ ਤੱਕ ਜ਼ੋਰ ਲਾਉਂਦਾ ਹੈ। ਹੁਣ ਮੈਂ ਪਰਸਨਲੀ ਦੱਸ ਦਿੰਦਾ, ਨਾਂ ਨਹੀਂ ਲਵਾਂਗਾ, ਕਿ 2 ਕੇਸਿਸ ਜਿਹੜੇ ਮੈਨੂੰ ਫਸਟ ਹੈਂਡ ਨੌਲੇਜ ਹੈ। ਉਹ ਹੁਣ ਇੱਕ ਮੁੰਡਾ ਹੈ, ਉਹ ਇੱਥੇ ਆ ਕੇ ਰੌਲਾ ਪਾ ਰਿਹਾ ਕਿ ਜੀ ਕੈਨੇਡਾ ਨਹੀਂ ਜਾਣਾ ਚਾਹੀਦਾ, ਮੈਂ ਤਾਂ ਛੱਡ ਕੇ ਵਾਪਸ ਆ ਗਿਆ। ਪਰ ਉਹਦੇ ਅਗੇਂਸਟ ਮਿਸਰੈਪ ਆਫ ਫੈਕਟਸ ਦਾ ਕੇਸ ਸੀਗਾ, 5 ਸਾਲ ਲਈ ਉਹ ਬੈਨ ਸੀਗਾ, ਉਹਨੂੰ ਮਜਬੂਰੀ 'ਚ ਆਉਣਾ ਪਿਆ, ਬਟ ਐਂਡ ਤੱਕ ਉਹਨੇ ਹੱਥ ਪੱਲਾ ਮਾਰਿਆ। ਅੱਛਾ। ਇੱਕ ਹੋਰ ਹੈ, ਉਹ ਗਿਆ ਉੱਥੇ, ਬਟ ਅਗੇਨ ਸਟੱਡੀ ਨਹੀਂ ਕੀਤੀ, ਸਟੱਡੀ ਉਸ ਤੋਂ ਬਾਅਦ ਆਪਦਾ ਸਟੇਟਸ ਖਰਾਬ ਕਰ ਲਿਆ। ਫਿਰ ਉਹਨੂੰ ਇਹ ਸੀ ਕਿ ਮੈਂ ਕੁੜੀ ਨਾਲ ਵਿਆਹ ਕਰਾ ਕੇ ਉਹ ਮੈਨੂੰ PR ਕਰਾ ਦੇਗੀ, ਬਟ ਉਹਨਾਂ ਦਾ ਫਿਰ ਜਿਹੜਾ ਰਿਲੇਸ਼ਨਸ਼ਿਪ ਸੀਗਾ ਉਹ ਨਹੀਂ ਚੱਲਿਆ। ਉਹਨੂੰ ਫਿਰ ਐਂਡ ਤੇ ਲੱਗਿਆ ਕਿ ਹੁਣ ਬੈਟਰ ਆ ਕਿ ਮੈਂ ਇੰਡੀਆ ਹੀ ਵਾਪਸ ਚਲਿਆ ਜਾਵਾਂ, ਬਟ ਉਹ ਪ੍ਰਮੋਸ਼ਨ ਨਹੀਂ ਹੋ ਰਹੀ ਹੈ। ਦੱਸਿਆ ਹੀ ਜਾ ਰਿਹਾ ਕਿ ਕੈਨੇਡਾ ਦੇ ਹਾਲ ਮਾੜਾ ਹੈ। ਸੋਸ਼ਲ ਮੀਡੀਆ ਤੇ ਜਿਹੜੀਆਂ ਗੱਲਾਂ ਉੱਡ ਰਹੀਆਂ ਸਭ ਬੇਕਾਰ ਨੇ ਕਿ ਅਸੀਂ ਵਤਨਾਂ ਨੂੰ ਵਾਪਸੀ ਕਰ ਰਹੇ ਹਾਂ, ਐਂਡ ਤੱਕ ਹਰ ਕੋਈ ਜ਼ੋਰ ਲਾ ਰਿਹਾ। ਦੇਖੋ ਜੀ, ਜਿਹੜੇ ਆ ਵੀ ਰਹੇ ਨੇ ਉਹਨਾਂ ਨੂੰ ਮੈਂ ਇੱਕ ਗੱਲ ਪੁੱਛਣਾ ਚਾਹਾਂਗਾ ਜਾਂ ਕਹਿਣਾ ਚਾਹਾਂਗਾ ਕਿ ਡਾਲਰ 'ਚ ਕਮਾ ਕੇ ਨਾ ਰੁਪਈਆਂ 'ਚ ਸਪੈਂਡ ਕਰਨਾ ਬਹੁਤ ਸੌਖਾ ਲੱਗਦਾ। ਰੁਪਈਆਂ 'ਚ ਕਮਾ ਕੇ ਰੁਪਈਆਂ 'ਚ ਸਪੈਂਡ ਕਰਨਾ ਬਹੁਤ ਔਖਾ ਲੱਗਦਾ। ਕੈਨੇਡਾ ਦੇ ਕੋਲ, ਤੁਹਾਡੇ ਕੋਲ ਕਾਊਂਟਲੈਸ ਐਗਜ਼ਾਮਪਲਸ ਨੇ ਕਿ ਲੋਕੀ $20 ਲੈ ਕੇ ਗਏ, ਅੱਜ ਮਿਲੀਅਨਰ ਬਣ ਗਏ ਨੇ, ਅੱਜ ਵਧੀਆ ਬਿਜ਼ਨਸ ਸੈਟਅਪ ਕਰ ਲਏ ਨੇ। ਕਿੰਨੇ ਬੱਚੇ ਜਿਹੜੇ ਇੱਥੋਂ ਗਏ ਨੇ ਪੜ੍ਹਾਈ ਕਰਕੇ, ਵਧੀਆ ਜੌਬਸ ਕਰਕੇ, ਜਾਂ ਈਵਨ ਆਪਣੇ ਟਰਾਂਸਪੋਰਟ ਇੰਡਸਟਰੀ 'ਚ ਆ ਕੇ, ਲੌਜਿਸਟਿਕਸ 'ਚ ਆ ਕੇ ਕਿੰਨੇ ਬੱਚੇ ਵੈਲ ਸੈਟਲਡ ਹੋ ਗਏ। ਆਪ ਵੀ ਉੱਥੇ ਵਧੀਆ ਲਾਈਫ ਸਟਾਈਲ ਆ, ਆਪਦੇ ਪੇਰੈਂਟਸ ਨੂੰ ਵੀ ਉੱਥੇ ਵਧੀਆ ਲਾਈਫ ਦੇ ਰਹੇ ਨੇ। ਬਟ ਹੁਣ ਕੁਝ ਹੈਗੇ ਨੇ ਜਿਹੜੇ ਉੱਥੇ ਨਹੀਂ ਸੈਟਲ ਹੋ ਪਾ ਰਹੇ, ਠੀਕ ਆ। ਉਹਨਾਂ ਤੋਂ ਪ੍ਰੋਪਰ ਟਾਈਮ ਮੈਨੇਜ ਨਹੀਂ ਹੋ ਪਾ ਰਿਹਾ, ਉਹਨਾਂ ਨੂੰ ਰਿਸਪੌਂਸਿਬਿਲਿਟੀ ਦੀ ਸਮਝ ਨਹੀਂ ਆਉਂਦੀ। ਕਿਉਂਕਿ ਤੁਸੀਂ ਬੱਚੇ ਨੂੰ ਇੱਥੇ ਕੰਪੇਅਰ ਕਰੋ, +2 ਤੱਕ ਪੇਰੈਂਟਸ ਉਹਦੇ ਅੱਗੇ ਪਿੱਛੇ ਫਿਰਦੇ ਨੇ ਵੀ ਤੂੰ ਕਿੱਥੇ ਗਿਆ, ਕੀ ਕਰਿਆ। ਉਹ ਫੁੱਲ ਇੱਕ ਰਬਰ ਬੈਂਡ ਦੀ ਤਰ੍ਹਾਂ ਟਾਈਟ ਖਿੱਚਿਆ ਹੋਇਆ। ਕੈਨੇਡਾ ਪਹੁੰਚਦਾ, ਇੱਕਦਮ ਲੂਜ਼ ਹੋ ਜਾਂਦਾ, ਫਰੀडम ਮਿਲ ਜਾਂਦੀ ਹੈ। ਪਰ ਕਿਸੇ ਨੇ ਉਸ ਬੱਚੇ ਨੂੰ ਫਰੀडम ਦੇ ਨਾਲ ਜੋ ਰਿਸਪੌਂਸਿਬਿਲਿਟੀ ਹੈ ਉਹਦੇ ਬਾਰੇ ਕਦੇ ਨਹੀਂ ਦੱਸਿਆ। ਬੱਚੇ ਨੂੰ ਸਮਝ ਹੀ ਨਹੀਂ ਆਉਂਦੀ। ਬੱਚੇ ਨੂੰ ਲੱਗਦਾ ਕਿ ਮੈਂ ਕਲਾਸ ਨਹੀਂ ਲਾ ਰਿਹਾ ਤਾਂ ਇਹਦੇ 'ਚ ਕੀ ਆ, ਮੇਰੀ ਕਿਹੜਾ ਅਟੈਂਡੈਂਸ ਲੱਗਦੀ ਹੈ। ਹੁਣ ਉੱਥੇ ਕਲਾਸ ਨਾ ਲਾਉਣਾ ਤੁਹਾਡੀ ਰਿਸਪੌਂਸਿਬਿਲਿਟੀ। ਅੱਛਾ, ਇੱਕ ਨਾ ਮੇਰਾ ਸਵਾਲ ਹੈ, ਬੜਾ ਲੋਕਾਂ ਦੇ ਵਿੱਚ ਅਕਸਰ ਇਹ ਸਵਾਲ ਚੱਲਦਾ ਰਹਿੰਦਾ। ਰਿਸ਼ਤੇਦਾਰ ਕਹਿ ਦਿੰਦੇ ਨੇ ਕਿ ਤੁਹਾਡਾ ਬੱਚਾ ਕੈਨੇਡਾ ਪਹੁੰਚ ਗਿਆ, ਕਮਾਈ ਕਰਨ ਲੱਗ ਗਿਆ। ਅਸਲ ਦੇ ਵਿੱਚ ਹੁਣ ਦੇ ਸਮੇਂ ਦੇ ਵਿੱਚ, ਅੱਜ ਦੇ ਸਮੇਂ 'ਚ, ਕਿਉਂਕਿ ਪੁਰਾਣੇ ਜਦੋਂ ਪਹਿਲਾਂ ਸਮੇਂ ਸੀ ਬੱਚੇ ਜਾਂਦੇ ਸੀ, ਕਮਾਈਆਂ ਕਰਦੇ ਸੀ, ਅੱਜ ਦੇ ਸਮੇਂ 'ਚ ਜਦੋਂ ਇੱਕ ਬੱਚਾ ਜਾ ਰਿਹਾ ਹੈ, ਸਾਲ 2 ਸਾਲ ਦੇ ਵਿੱਚ ਉਹ ਕਿੰਨੀ ਕੁ ਕਮਾਈ ਕਰ ਪਾ ਰਿਹਾ, ਉਸ ਦੇ ਵਿੱਚ ਆਪਣੀ ਫੀਸ ਵੀ ਲਾ ਰਿਹਾ, ਘਰੇ ਵੀ ਭੇਜ ਰਿਹਾ। ਤੁਹਾਡੀ ਨਿਗਾਹ ਦੇ ਵਿੱਚ, ਤੁਹਾਡੇ ਤਜਰਬੇ ਦੇ ਹਿਸਾਬ ਨਾਲ ਇੱਕ ਬੱਚਾ ਕਿੰਨੇ ਕੁ ਪੈਸੇ ਕਮਾ ਰਿਹਾ? ਬਹੁਤ ਵਾਈਡ ਸਪੈਕਟਰਮ ਆ ਜੀ ਇਹ। ਬਹੁਤ ਬੱਚੇ ਨੇ ਜਿਹੜੇ ਕਰ ਰਹੇ ਨੇ ਸਾਰਾ ਕੁਝ, ਪਰ ਇਸ ਦੇ ਨਾਲ ਹੁਣ ਬੱਚੇ ਜਿਹੜੇ ਨਵੀਂ ਜਨਰੇਸ਼ਨ ਜਾ ਰਹੀ ਹੈ ਨਾ, ਕਿਤੇ ਨਾ ਕਿਤੇ ਉਹ ਸਿਆਣੇ ਹੋ ਰਹੇ ਨੇ, ਕਿਉਂਕਿ ਉਹਨਾਂ ਦੇ ਜਿਹੜੇ ਕਾਊਂਟਰ ਪਾਰਟਸ ਪਹਿਲਾਂ ਗਏ ਹੋਏ ਨੇ ਉਹਨਾਂ ਨੂੰ ਦੱਸ ਰਹੇ ਨੇ। ਹੁਣ ਇੱਕ ਬੱਚਾ ਬਰੈਂਪਟਨ ਜਿਹੜਾ ਭਰਿਆ ਹੋਇਆ ਹੈ, ਜਿੱਥੇ ਰੈਂਟ ਵੀ ਜ਼ਿਆਦਾ ਹੈ, ਅੱਜ ਤੁਸੀਂ ਬਿਮਾਰ ਹੋ ਜਾਵੋ, ਉੱਥੇ ਦਾ ਹਸਪੀਟਲ ਭਰਿਆ ਹੋਇਆ ਹੈ, ਤੁਹਾਡੇ ਕੋਲ ਹੈਲਥ ਕੇਅਰ ਫੈਸਿਲਿਟੀਜ਼ ਨਹੀਂ ਹੈਗੀਆਂ, ਤੁਹਾਨੂੰ ਕੰਮ ਵੀ ਘੱਟ ਮਿਲ ਰਿਹਾ। ਹੁਣ ਜੇ ਫਿਰ ਵੀ ਬੱਚੇ ਕਹਿਣ ਕਿ ਅਸੀਂ ਜਾਣਾ ਹੀ ਬਰੈਂਪਟਨ ਆ, ਜਾਂ ਅਸੀਂ ਜਾਣਾ ਹੀ ਇਦਾਂ ਦੇ ਸ਼ਹਿਰਾਂ 'ਚ ਜਿੱਥੇ ਕੰਮ ਨਹੀਂ ਹੈਗਾ, ਅਵੇਲੇਬਿਲਿਟੀ ਨਹੀਂ ਹੈ, ਤਾਂ ਉਹ ਉਹਨਾਂ ਦੀ ਗਲਤੀ। ਮਤਲਬ ਹੁਣ ਜੇ ਓਨਟਾਰੀਓ, ਬਰੈਂਪਟਨ ਬੱਚਿਆਂ ਨੂੰ ਭੇਜਣਾ ਤਾਂ ਸਾਲ ਭੁੱਲ ਜਾਓ ਕਿ ਤੁਸੀਂ ਉੱਤੇ ਕੋਈ ਆਸ ਰੱਖ ਸਕਦੇ ਕਿ ਪੈਸੇ ਭੇਜੇਗਾ। ਖਰਚੇ ਬਹੁਤ ਨੇ ਜੀ। ਜਿਹੜਾ ਇੱਕ ਐਗਜ਼ਾਮਪਲ ਦਿੰਦਾ ਮੈਂ, ਜਿਹੜਾ ਅੱਗੇ ਆਟੇ ਦਾ ਬੈਗ $8 ਦਾ, $9 ਦਾ ਹੁੰਦਾ ਸੀ, ਹੁਣ $24, $25 ਦਾ ਹੋ ਗਿਆ ਆ ਥੋੜੇ ਜਿਹੇ ਟਾਈਮ ਦੇ ਵਿੱਚ। ਖਰਚੇ ਤਾਂ ਵੱਧ ਗਏ ਨੇ।
ਪੇਰੈਂਟਸ ਨੂੰ ਮੈਂ ਇਹ ਕਹਿਣਾ ਕਿ ਬੱਚੇ ਤੇ ਇੰਨਾ ਫਾਈਨੈਂਸ਼ੀਅਲ ਪ੍ਰੈਸ਼ਰ ਨਾ ਪਾਓ ਕਿ ਬੱਚਾ ਪਹੁੰਚਦਾ ਬਾਅਦ ਚ ਹੈ, ਤੁਸੀਂ ਫੋਨ ਕਰਨੇ ਪਹਿਲਾਂ ਸ਼ੁਰੂ ਕਰ ਦਿੰਦੇ ਹੋ ਕਿ ਆਪਾਂ ਆਹ ਕੰਸਟਰਕਸ਼ਨ ਦਾ ਪਲਾਨ ਕਰਨਾ, ਆਪਾਂ ਚਵਾਰਾ ਛੱਤਣਾ, ਉਹ ਉਹਨੂੰ ਸੈੱਟ ਹੋ ਲੈਣ ਦਿਓ, ਘਰ ਤੁਹਾਡੇ ਬਾਅਦ ਦੇ ਵਿੱਚ ਪੈ ਮੈਨੂੰ ਲੱਗਦਾ ਜਾਣਗੇ। ਫਿਰ ਤਾਂ CNA ਸੈਮੀਨਾਰ ਸਭ ਤੋਂ ਬੈਸਟ ਹੈ। ਜੇਕਰ ਬੱਚੇ ਬਾਹਰ ਵੀ ਜਾਣਾ ਚਾਹੁੰਦੇ ਨੇ, ਖਰਚਾ ਵੀ ਘੱਟ ਹੈ, ਦਬਾਅ ਵੀ ਨਹੀਂ ਹੋਏਗਾ। ਜੇ ਸਿਆਣੇ ਬੱਚੇ ਨੇ, ਸਿਆਣੇ ਮਾਪਿਓ ਨੇ, ਆਪਾਂ ਐਪਲਸ ਟੂ ਐਪਲਸ ਕੰਪੇਅਰ ਕਰਦੇ ਆ। ਤੁਸੀਂ CNA ਗਵਰਨਮੈਂਟ ਕਾਲਜ ਜਾ ਰਹੇ ਹੋ, ਇਹ ਕੋਈ ਪ੍ਰਾਈਵੇਟ ਕਾਲਜ ਨਹੀਂ, ਫੀਸ ਇਸ ਦੀ ਅੱਧੀ ਹੈ। PR ਦੇ ਰੂਲਸ ਬੱਚੇ ਆਪ ਪੜ੍ਹ ਲੈਣ, ਨਿਊਫਾਊਂਡਲੈਂਡ ਦੀ ਵੈਬਸਾਈਟ ਦੇ ਖਰਚੇ ਵੀ ਘੱਟ ਨੇ, ਠੀਕ ਹੈ ਜੀ। ਉਸ ਦੇ ਨਾਲ ਨਾਲ ਜਿਹੜੀ ਮੇਨ ਗੱਲ ਹੈ ਕਿ ਪਹਿਲਾ ਜਿਹੜਾ ਪੈਸਾ ਹੀ ਅਸੀਂ ਭੇਜਣਾ, ਜਿਹੜਾ ਟਿਊਸ਼ਨ ਫੀਸ ਦਾ ਪੈਸਾ ਭੇਜਣਾ, ਉਹੀ ਅੱਧਾ ਰਹਿ ਗਿਆ। ਉਸ ਤੋਂ ਬੈਟਰ ਸਾਨੂੰ ਹੋਰ ਕੀ ਚਾਹੀਦਾ ਹੈ? ਤੁਹਾਡੇ ਪੈਸੇ ਬਚ ਗਏ, ਪ੍ਰੋਪਰ ਕਾਲਜ ਦੀ ਤੁਹਾਨੂੰ ਐਜੂਕੇਸ਼ਨ ਮਿਲੀ, ਪ੍ਰੋਪਰ ਤੁਸੀਂ ਸਕਿੱਲਸ ਲਰਨ ਕਰੀਆਂ ਜਿਹੜੀਆਂ ਕਿ ਤੁਹਾਡੀ ਸਾਰੀ ਜ਼ਿੰਦਗੀ ਕੰਮ ਆਉਣੀਆਂ। ਜੇ ਤੁਸੀਂ ਰਿਸ਼ਤੇਦਾਰਾਂ ਦੀਆਂ ਵੀਡੀਓ ਦੇਖ ਕੇ ਚੁੱਕ 'ਚ ਨਾ ਆਓ ਤਾਂ ਸਭ ਤੋਂ ਬਿਹਤਰ ਗੱਲ ਹੋਵੇਗੀ। ਇਹ ਸੈਮੀਨਾਰ ਤੁਹਾਡੇ ਲਈ ਬਹੁਤ ਖਾਸ ਹੈ। ਨਾ ਤੁਹਾਡੇ ਬੱਚਿਆਂ ਨੂੰ ਕੋਈ ਨੁਕਸਾਨ ਹੋਵੇਗਾ ਕਿਉਂਕਿ ਇਹਨਾਂ ਕਾਲਜਾਂ ਦੀ ਫੀਸ ਵੀ ਅੱਧੋ ਅੱਧ ਹੈ ਔਰ ਤੁਸੀਂ ਆਪਣੇ ਬੱਚਿਆਂ ਨੂੰ ਵੈਲ ਐਜੂਕੇਟ ਬਣਾ ਸਕਦੇ ਹੋ ਔਰ ਤੁਸੀਂ ਉਮੀਦ ਕਰ ਸਕਦੇ ਹੋ ਕਿ ਸਾਡੇ ਬੱਚੇ ਵੱਡੇ ਵੱਡੇ ਮੁਲਕਾਂ 'ਚ ਚੰਗੇ ਚੰਗੇ ਅਫਸਰ ਲੱਗਣ। ਤਾਂ ਇਸ ਸੈਮੀਨਾਰ ਬਾਰੇ तमाम ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਨੰਬਰ ਵੀ ਤੁਹਾਡੀ ਸਕਰੀਨ ਤੇ ਚੱਲ ਰਹੇ ਨੇ, ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਆਪਣੇ ਕਾਗਜ਼ ਲੈ ਕੇ ਪਹੁੰਚੋ, 5 ਦਿਨਾਂ ਦੇ ਵਿੱਚ ਤੁਹਾਨੂੰ ਆਫਰ ਲੈਟਰ ਮਿਲੇਗਾ ਔਰ ਫੀਸ ਅੱਧੋ ਅੱਧ ਦੀ ਗੱਲ ਜਿਹੜੀ ਅਸੀਂ ਚਰਚਾ ਕਰ ਰਹੇ ਹਾਂ ਉਹ ਬਹੁਤ ਤੁਹਾਨੂੰ ਖੁਸ਼ ਰੱਖਣ ਵਾਲੀ ਹੈ ਕਿਉਂਕਿ ਜਦੋਂ ਤੁਸੀਂ ਫੀਸਾਂ ਵੱਧ ਭਰਦੇ ਹੋ ਤਾਂ ਫਿਰ ਸੁਭਾਵਕ ਤੌਰ ਤੇ ਤੁਸੀਂ ਪਿੱਛੇ ਕਰਜ਼ਾ ਬਹੁਤ ਚੁੱਕਿਆ ਹੁੰਦਾ ਹੈ। ਤਾਂ ਚੁੱਕ ਦੇ ਵਿੱਚ ਫਾਹਾ ਨਾ ਲਿਓ ਪੰਜਾਬੀਓ। ਜੇ ਜਾਣਾ ਵੀ ਹੈ ਤਾਂ ਇਹ ਜਿਹੜਾ ਸੈਮੀਨਾਰ ਹੈ ਕੈਨੇਡਾ ਦੇ ਸਰਕਾਰੀ ਕਾਲਜ ਦੇ ਅਧਿਕਾਰੀ ਭਾਰਤ ਆ ਰਹੇ ਨੇ, ਬਹੁਤ ਵੱਡੀ ਗੱਲ ਹੈ ਕਿਉਂਕਿ ਇਮੀਗ੍ਰੇਸ਼ਨਾਂ ਦੇ ਸੈਮੀਨਾਰਾਂ ਨੇ ਤਾਂ ਸਾਨੂੰ ਲੁੱਟ ਕੇ ਖਾ ਲਿਆ। ਤਾਂ ਤੁਸੀਂ ਹੋਰ ਕੁਝ ਖਾਸੀਅਤ ਦੱਸਣਾ ਚਾਹੋਗੇ ਇਸ CNA ਬਾਰੇ? ਮੈਂ ਇਹੀ ਕਹੂੰਗਾ ਜੀ ਕਿ ਪੇਰੈਂਟਸ ਨੂੰ ਕਿ ਆਪਦੀ ਰਿਸਰਚ ਕਰੋ, ਬੱਚਿਆਂ ਨੂੰ ਮੈਂ ਕਹਿਣਾ ਆਪਦੀ ਰਿਸਰਚ ਕਰੋ। ਇਹ ਸੈਮੀਨਾਰਸ 10 ਸਤੰਬਰ ਤੋਂ ਸਟਾਰਟ ਨੇ, 11 ਨੂੰ ਅੰਮ੍ਰਿਤਸਰ ਹੈ, 12 ਨੂੰ ਹੁਸ਼ਿਆਰਪੁਰ ਹੈ, ਫਿਰ ਜਲੰਧਰ ਹੈ 13 ਨੂੰ, 14 ਨੂੰ ਮੇਰਾ ਖਿਆਲ ਮੋਗੇ ਹੈ, ਫਿਰ ਇਦਾਂ ਚੱਲਦੇ ਰਹਿਣਗੇ। ਫਿਰ ਹਰਿਆਣੇ ਦੇ ਵਿੱਚ ਹੈਗੇ ਨੇ ਸੈਮੀਨਾਰਸ। ਪ੍ਰਵਿੰਦਰ ਜੀ, CNA ਦੀ ਖਾਸੀਅਤ ਹੋਰ ਇਸ ਸੈਮੀਨਾਰ ਬਾਰੇ ਤੁਸੀਂ ਜੇ ਵਿਸਥਾਰ 'ਚ ਜਾਣਕਾਰੀ ਦੇਣੀ ਹੋਵੇ ਤਾਂ ਹੋਰ? ਹਾਂਜੀ, ਸੈਮੀਨਾਰ ਨੇ ਜਿਹੜੇ ਜੀ, ਮੈਂ ਇਹ ਕਹੂੰਗਾ ਕਿ ਪੇਰੈਂਟਸ ਆਪਦੇ ਬੱਚਿਆਂ ਨੂੰ ਲੈ ਕੇ ਜ਼ਰੂਰ ਆਉਣ। ਬੱਚੇ ਵੀ ਜਿਹੜੇ ਸੁਣ ਰਹੇ ਨੇ ਆਪਦੇ ਪੇਰੈਂਟਸ ਨੂੰ ਲੈ ਕੇ ਜ਼ਰੂਰ ਆਉਣ। ਸੈਮੀਨਾਰ 10 ਸਤੰਬਰ ਨੂੰ ਜੰਮੂ ਦੇ ਵਿੱਚ ਹੈ, 11 ਨੂੰ ਅੰਮ੍ਰਿਤਸਰ ਦੇ ਵਿੱਚ ਹੈ, 12 ਨੂੰ ਹੁਸ਼ਿਆਰਪੁਰ, 13 ਨੂੰ ਜਲੰਧਰ, 14 ਨੂੰ ਲੁਧਿਆਣਾ, 15 ਸਤੰਬਰ ਨੂੰ ਬਠਿੰਡੇ, 16 ਸਤੰਬਰ ਨੂੰ ਪਟਿਆਲਾ, 17 ਨੂੰ ਚੰਡੀਗੜ੍ਹ ਦੇ ਵਿੱਚ, 18 ਨੂੰ ਮੋਗੇ, 17 ਨੂੰ ਫਿਰ ਉਸ ਤੋਂ ਬਾਅਦ 19 ਤਰੀਕ ਨੂੰ ਕੁਰਕਸ਼ੇਤਰ ਐਂਡ 20 ਤਰੀਕ ਨੂੰ ਯਮੁਨਾ ਨਗਰ। ਠੀਕ ਹੈ। ਸੋ ਇਹ ਸਾਰੇ ਸ਼ਹਿਰਾਂ ਦੇ ਵਿੱਚ ਨੇ ਜੀ। ਡਿਟੇਲਸ ਫੋਨ ਕਰਕੇ ਪੁੱਛ ਸਕਦੇ ਨੇ, ਰਜਿਸਟ੍ਰੇਸ਼ਨ ਕਰਾਉਣ, ਆਪ ਦਾ ਆਨ ਸੈਮੀਨਾਰਸ ਦੇ ਉੱਤੇ ਸਾਰੇ ਆਪ ਦੇ ਜਿਹੜੇ ਸਵਾਲ ਨੇ ਡਾਇਰੈਕਟ ਉੱਥੇ ਕਾਲਜ ਦੇ ਸਟਾਫ ਮੈਂਬਰ, ਕੋਈ ਰਿਪਰੈਜ਼ੈਂਟੇਟਿਵ ਨਹੀਂ, ਸਟਾਫ ਮੈਂਬਰ ਬੈਠੇ ਹੋਣਗੇ, ਆ ਕੇ ਉਹਨਾਂ ਨੂੰ ਆਪ ਦੇ ਸਿੱਧੇ ਸਵਾਲ ਪੁੱਛੋ। ਠੀਕ ਹੈ। ਤਾਂ ਉਮੀਦ ਕਰਦੇ ਹਾਂ ਇਸ ਗੱਲਬਾਤ ਨੂੰ ਸੁਣ ਕੇ ਜਿਹੜੇ ਚਾਹਵਾਨ ਨੇ ਕੈਨੇਡਾ ਜਾਣ ਦੇ ਉਹ ਜ਼ਰੂਰ ਸੰਪਰਕ ਕਰਨਗੇ, ਇਹਨਾਂ ਸੈਮੀਨਾਰ ਨੂੰ ਜੁਆਇਨ ਜ਼ਰੂਰ ਕਰਨਗੇ ਔਰ ਤੁਹਾਨੂੰ ਫਾਇਦਾ ਬਹੁਤ ਹੋਵੇਗਾ ਇਸ ਸੈਮੀਨਾਰ ਦਾ ਕਿਉਂਕਿ ਇਮੀਗ੍ਰੇਸ਼ਨ ਵਾਲਿਆਂ ਦਾ ਫਰਾਡ ਇੰਨੇ ਹੱਦ ਤੱਕ ਵੱਧ ਚੁੱਕਿਆ। ਔਰ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕਿਸੇ ਨਾ ਕਿਸੇ ਇਮੀਗ੍ਰੇਸ਼ਨ ਵਾਲੇ ਨਾਲ ਸੰਪਰਕ ਵੀ ਜ਼ਰੂਰ ਕਰੋਗੇ ਕਿ ਇਹ ਵਾਕਈ ਸੱਚ ਹੈ, ਪਰ ਉਹਨਾਂ ਨੇ ਤੁਹਾਨੂੰ ਸਿੱਧੇ ਤੌਰ ਤੇ ਕਹਿ ਦੇਣਾ ਹੈ ਕਿ ਨਹੀਂ ਇਹ ਤਾਂ ਬੇਕਾਰ ਹੈ, ਤੁਹਾਡੇ ਲਈ ਖਾਸ ਨਹੀਂ ਹੈ, ਇੱਥੇ ਤੁਹਾਨੂੰ ਪੜ੍ਹਨਾ ਪੈਣਾ, ਇੱਥੇ ਤੁਹਾਡੇ ਤੇ ਆਹ ਚੀਜ਼ ਹੋ ਜਾਣੀ ਆ, ਆਹ ਚੀਜ਼ ਹੋ ਜਾਣੀ ਆ, ਤਾਂ ਤੁਹਾਨੂੰ ਉਲਝਾਇਆ ਜਾਵੇਗਾ। ਤਾਂ ਸੈਮੀਨਾਰ ਜ਼ਰੂਰ ਜੁਆਇਨ ਕਰੋ। ਤਾਂ ਜਿਵੇਂ ਪ੍ਰਵਿੰਦਰ ਜੀ ਨੇ ਕਿਹਾ ਕਿ ਸਾਡੀ ਗੱਲਬਾਤ ਸੁਣ ਕੇ ਵੀ ਨਾ ਪਹੁੰਚ ਜਾਇਓ, ਸਰਚ ਕਰਿਓ ਇਸ ਸਾਈਟ ਤੇ ਜਾ ਕੇ ਕੀ CNA ਦਾ ਮਕਸਦ ਹੈ, ਕੀ CNA ਦੀ ਫੀਸ ਹੈ, ਤਾਂ ਇਸ ਦੇ ਬਾਰੇ ਤੁਸੀਂ ਪ੍ਰੋਪਰ ਜਾਣਕਾਰੀ ਸਾਈਟ ਤੇ ਜਾ ਕੇ ਲੈ ਸਕਦੇ ਹੋ। ਧੰਨਵਾਦ।